ਦਇਆ ਸਾਡੇ ਲਈ ਰੂਲ ਹੈ। ਗੁਰੂ ਨਾਨਕ ਪਾਤਸ਼ਾਹ ਸਾਨੂੰ ਐਜ਼ ਅ ਰੂਲ ਦਿੰਦੇ ਨੇ। ਉਹ ਸਾਡੀ ਮਰਜ਼ੀ ਤੇ ਨਹੀਂ ਛੱਡਦੇ ਕਿ ਤੁਹਾਡੀ ਮਰਜ਼ੀ ਹੈ, ਦਇਆ ਕਰਨੀ ਕਰ ਲਿਓ, ਨਹੀਂ ਕਰਨੀ ਨਾ ਕਰ ਲਿਓ। ਧਰਮ ਦਾ ਬੇਸ ਹੀ ਦਇਆ ਆ। ਅਗਰ ਆਪਣੇ 'ਚ ਦਇਆ ਹੈ ਤਾਂ ਆਪਾਂ ਧਰਮ ਵੱਲ ਜਾ ਸਕਦੇ ਹਾਂ, ਅਗਰ ਨਹੀਂ ਹੈ ਤਾਂ ਆਪਾਂ ਹਜੇ ਰਸਤੇ ਦੇ ਵਿੱਚ ਵੀ ਨਹੀਂ ਮੈਂ ਕਹੂੰਗੀ ਕਿ ਰੁਲ ਰਹੇ, ਆਪਾਂ ਬਹੁਤ ਪਿੱਛੇ ਹਾਂ। ਗੁਰੂ ਨਾਨਕ ਦਾ ਘਰ ਕਹਿੰਦਾ ਹੈ ਕਿ ਜੇ ਪਤੀ ਹੀ ਪਰਮੇਸ਼ਵਰ ਹੈ ਤਾਂ ਸਿਰਫ ਫਿਰ ਪਰਮੇਸ਼ਵਰ ਹੀ ਪਤੀ ਹੈ, ਬਾਕੀ ਸਾਰੀਆਂ ਹੀ ਔਰਤਾਂ। ਜੇ ਤੁਹਾਨੂੰ ਲੱਗਦਾ ਹੈ ਕਿ ਔਰਤਾਂ ਇਨਫੀਰੀਅਰ ਹੁੰਦੀਆਂ ਤਾਂ ਇਸ ਦੁਨੀਆ ਦੇ ਵਿੱਚ ਸਾਹ ਲੈ ਰਹੇ ਸਾਰੇ ਜੀਵ ਹੀ ਔਰਤਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਦਾ ਬਹੁਤ ਸ਼ੁਕਰੀਆ ਵੀ ਕਰਨਾ ਚਾਹੁੰਦੀ ਹਾਂ। ਬਹੁਤ ਤੁਹਾਡੇ ਸਾਰਿਆਂ ਦੀ ਜਿਹੜੀਆਂ ਬਲੈਸਿੰਗਸ ਨੇ ਉਹ ਸਾਨੂੰ ਹਮੇਸ਼ਾ ਈਮੇਲਸ ਦੇ ਥਰੂ ਮਿਲਦੀਆਂ ਰਹਿੰਦੀਆਂ। ਉਹਨਾਂ ਵਿੱਚ ਤੁਹਾਡੇ ਕੁਐਸਚਨਸ ਵੀ ਹੁੰਦੇ ਆ, ਔਰ ਕੁਐਸਚਨ ਆਪਣੇ ਆਪ ਦੇ ਵਿੱਚ ਹੀ ਇੱਕ ਬਲੈਸਿੰਗ ਹੈ ਮੇਰੇ ਲਈ, ਕਿਉਂਕਿ ਹਰ ਇੱਕ ਕੁਐਸਚਨ ਮੈਨੂੰ ਕੁਛ ਨਾ ਕੁਛ ਸੋਚਣ ਦਾ, ਕੁਛ ਨਾ ਕੁਛ ਹੋਰ ਪੜ੍ਹਨ ਦਾ ਮੌਕਾ ਦਿੰਦਾ ਆ। ਸੋ ਆਪਣੀਆਂ ਈਮੇਲਸ ਜਿਹੜੀਆਂ ਉਹ ਇਸ ਤਰੀਕੇ ਨਾਲ ਹੀ ਕਰਦੇ ਰਿਹਾ ਕਰੋ, ਕੁਐਸਚਨਸ ਕਰਦੇ ਰਿਹਾ ਕਰੋ। ਮੈਂ ਫਿਰ ਕਹਿੰਦੀ ਹਾਂ, ਜ਼ਰੂਰੀ ਨਹੀਂ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੋਵੇ, ਪਰ ਆਪਾਂ ਰਲ ਮਿਲ ਕੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹਾਂਗੇ। ਪਿਛਲੇ ਜਿਹੜੇ ਐਪੀਸੋਡਸ ਆਪਣੇ ਕੀਤੇ ਆ, ਜਿਹਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਵਿਅਕਤੀਗਤ ਜਿਹੜੀ ਪਰਸਨੈਲਿਟੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜਾ ਮਨੁੱਖੀ ਰੂਪ ਦੇ ਵਿੱਚ ਜਦੋਂ ਉਹ ਸਾਡੇ ਵਿੱਚ ਆਉਂਦੇ ਆ, ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀ ਕੇ ਸਾਨੂੰ ਦਿਖਾਇਆ, ਔਰ ਉਹਨਾਂ ਆਪਣੀ ਜ਼ਿੰਦਗੀ ਦੇ ਇਵੈਂਟਸ ਦੇ ਵਿੱਚ ਉਹਨਾਂ ਨੇ ਸਾਡੇ ਲਈ ਰੂਲਸ ਜਿਹੜੇ ਆ ਉਹ ਨਿਰਧਾਰਿਤ ਕਰ ਦਿੱਤੇ, ਧਰਮ ਦੇ ਰੂਲਸ। ਅਸੀਂ ਉਹਨਾਂ ਬਾਰੇ ਗੱਲ ਕਰ ਰਹੇ ਸੀਗੇ। ਪਿਛਲੇ ਜਿਹੜੇ ਐਪੀਸੋਡ ਸੀਗੇ ਅਸੀਂ ਇਹ ਵਿਚਾਰ ਕਰ ਰਹੇ ਸੀਗੇ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਹਰ ਇੱਕ ਆਪਣੀ ਲਾਈਫ ਦੇ ਵਰਤਾਰੇ ਦੇ ਵਿੱਚੋਂ ਅਸਲ 'ਚ ਸਮਝਾਉਣਾ ਕੀ ਚਾਹ ਰਹੇ ਸੀਗੇ। ਇੱਕ ਔਰ ਇਹ ਵੀ ਗੱਲ ਆਪਾਂ ਕਰ ਚੁੱਕੇ ਕਿ ਹਰ ਇੱਕ ਜਿਹੜੀ ਘਟਨਾ ਜਿਹਨੂੰ ਆਪਾਂ ਜਨਮ ਸਾਖੀਆਂ ਦੇ ਵਿੱਚ ਸਮਝਦੇ ਹਾਂ ਕਿ ਜਨਮ ਸਾਖੀਆਂ ਦੇ ਵਿੱਚ ਲਿਖੀ ਆ, ਬਹੁਤ ਵਾਰੀ ਇਹ ਗੱਲ ਆ ਜਾਂਦੀ ਕਿ ਜਨਮ ਸਾਖੀਆਂ ਸੱਚੀਆਂ ਆ, ਕੋਈ ਕਹਿੰਦਾ ਝੂਠੀਆਂ ਆ, ਕੋਈ ਕਹਿੰਦਾ ਕਿਸੇ ਨੇ ਮਿਲਾਵਟ ਕਰ ਦਿੱਤੀ। ਔਰ ਆਪਾਂ ਇਸ ਗੱਲ ਦੇ ਉੱਤੇ ਪਹੁੰਚੇ ਸੀ ਕਿ ਜਨਮ ਸਾਖੀਆਂ ਜੋ ਸਾਡੇ ਕੋਲ ਪਈਆਂ, ਬਿਕਾਜ਼ ਉਹ ਸਾਡੇ ਕੋਲ ਸਾਡੇ ਹਿਸਟੋਰੀਕਲ ਡਾਕੂਮੈਂਟਸ ਨੇ। ਹਿਸਟਰੀ ਕਦੀ ਵੀ ਜਿਹੜੀ ਆ ਉਹ ਓਬਜੈਕਟਿਵ ਨਹੀਂ ਹੁੰਦੀ, ਹਮੇਸ਼ਾ ਸਬਜੈਕਟਿਵ ਹੀ ਹੁੰਦੀ ਆ। ਪਰ ਆਪਾਂ ਉਹਨੂੰ ਓਬਜੈਕਟਿਵ ਬਣਾਉਣ ਦਾ ਜਿਹੜਾ ਸਾਡੇ ਕੋਲ ਇੱਕ ਸਾਧਨ ਆ ਉਹ ਹੈ ਗੁਰਬਾਣੀ। ਅਸੀਂ ਹਰ ਇੱਕ ਜਿਹੜਾ ਸਾਡੇ ਕੋਲ ਹਿਸਟੋਰੀਕਲ ਇਵੈਂਟ ਪਿਆ ਆ, ਅਸੀਂ ਉਹਨੂੰ ਗੁਰਬਾਣੀ ਦੀ ਕਸਵੱਟੀ 'ਤੇ ਰੱਖ ਕੇ ਪਰਖਣਾ ਆ। ਜੇ ਤਾਂ ਉਹ ਗੁਰਬਾਣੀ ਦੇ ਅਕੋਰਡਿੰਗ ਹੈ, ਜੇ ਉਹ ਗੁਰਮਤ ਦੇ ਅਕੋਰਡਿੰਗ ਹੈ ਤਾਂ ਉਹ ਸੱਚ ਆਪਾਂ ਮੰਨਾਂਗੇ। ਜੇ ਉਹ ਗੁਰਬਾਣੀ ਦੇ ਅਕੋਰਡਿੰਗ ਸੱਚ ਨਹੀਂ ਹੋ ਸਕਦਾ ਤਾਂ ਆਪਾਂ ਉਹਨੂੰ ਮਨਮਤ ਮੰਨਾਂਗੇ। ਪਰ ਹੁਣ ਇਹਦੇ ਵਿੱਚ ਇੱਕ ਸਵਾਲ ਇਹ ਵੀ ਆ ਕਿ ਕਿਆ ਅਸੀਂ ਐਲੀਜੀਬਲ ਹੈਗੇ ਹਾਂ ਹਰ ਇੱਕ ਚੀਜ਼ ਨੂੰ ਗੁਰਬਾਣੀ ਦੇ ਕਸਵੱਟੀ ਉੱਤੇ ਪਰਖਣ ਦੇ ਲਈ? ਉਹਦਾ ਆਨਸਰ ਇਹ ਆ ਕਿ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਪਊਗਾ, ਸਮਝਣਾ ਪਊਗਾ, ਜ਼ਿੰਦਗੀ 'ਚ ਆਪਣੇ ਢਾਲਣਾ ਪਊਗਾ, ਹੈ ਨਾ। ਅਸੀਂ ਸੁਪਰਫਿਸ਼ੀਅਲ ਲੈਵਲ ਦੇ ਉੱਤੇ ਗੱਲਾਂ ਨਹੀਂ ਕਰ ਸਕਦੇ। ਹਮੇਸ਼ਾ ਮੈਂ ਸਹੀ ਨਹੀਂ ਹੋ ਸਕਦੀ, ਹਮੇਸ਼ਾ ਕੋਈ ਹੋਰ ਗਲਤ ਨਹੀਂ ਹੋ ਸਕਦਾ, ਜਾਂ ਹਮੇਸ਼ਾ ਕੋਈ ਹੋਰ ਸਹੀ ਨਹੀਂ ਹੋ ਸਕਦਾ ਅਤੇ ਮੈਂ ਹੀ ਗਲਤ ਨਹੀਂ ਹੋ ਸਕਦੀ। ਹਰ ਇੱਕ ਬੰਦੇ ਨੇ ਜਿੰਨਾ ਵੀ, ਕਿਉਂਕਿ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ, ਉਹਨਾਂ ਨੇ ਕਿਸੇ ਦੇ ਵੀ ਝੋਲੀ 'ਚ ਕਿੰਨਾ ਕੁ ਕੀ ਪਾਉਣਾ ਆ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਚੀਜ਼ ਨੂੰ ਰਾਈਟ ਜਾਂ ਰੋਂਗ ਟੈਗ ਕਰਨ ਤੋਂ ਪਹਿਲਾਂ ਆਪਾਂ ਉਹਨੂੰ ਚੰਗੀ ਤਰ੍ਹਾਂ ਘੋਖ ਲਿਆ ਕਰੀਏ। ਇਹ ਦੇਖ ਲਿਆ ਕਰੀਏ ਕਿ ਕਿਆ ਮੈਂ ਗੁਰਬਾਣੀ ਚੰਗੀ ਤਰ੍ਹਾਂ ਸਮਝ ਲਈ ਆ, ਕਿਆ ਮੈਂ ਗੁਰਬਾਣੀ ਦਾ ਸਾਰਾ ਜਿਹੜਾ ਉਹ ਨਿਚੋੜ ਆ ਉਹ ਸਮਝ ਲਿਆ ਆ। ਅਗਰ ਤਾਂ ਮੈਂ ਸਮਝ ਲਿਆ ਫਿਰ ਤਾਂ ਮੈਂ ਇਹ ਗੱਲ ਕਹਾਂ। ਅਤੇ ਜੇ ਮੈਨੂੰ ਲੱਗਦਾ ਕਿ ਨਹੀਂ ਮੇਰੇ 'ਚ ਕਮੀ ਹੈ, ਜੇ ਮੈਨੂੰ ਲੱਗਦਾ ਕਿ ਹਜੇ ਤਾਂ ਮੈਨੂੰ ਗੁਰਬਾਣੀ ਦਾ ਜਿਹੜਾ ਗੱਗਾ ਅੱਖਰ ਆ ਹਜੇ ਤਾਂ ਮੈਨੂੰ ਉਹ ਵੀ ਪਾਉਣਾ ਨਹੀਂ ਆਉਂਦਾ, ਤਾਂ ਫਿਰ ਮੈਂ ਰਾਈਟ ਐਂਡ ਰੋਂਗ ਵਾਲੇ ਪਾਸੇ ਨਾ ਜਾਇਆ ਕਰਾਂ। ਫਿਰ ਆਪਾਂ ਇੰਨਾ ਕੁ ਆਪਣੇ ਆਪ ਨੂੰ ਵਰਜ ਲਿਆ ਕਰੀਏ। ਹੁਣ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖਣ ਦਾ ਮਤਲਬ ਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਹੀ ਆਪਾਂ ਗੱਲ ਕਰਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੇ ਵਿੱਚ ਹੋਈਆਂ ਜੋ ਵੀ ਘਟਨਾਵਾਂ, ਉਹਨਾਂ ਨੂੰ ਆਪਾਂ ਗੁਰਬਾਣੀ ਦੀ ਲੌ ਦੇ ਵਿੱਚ ਪੜ੍ਹਨਾ, ਜਿਹਦੇ ਵਿੱਚ ਆਪਾਂ ਆਲਰੇਡੀ ਜਿਹੜੀ ਪਾਂਧੇ ਪਾਸ ਪੜ੍ਹਨ ਦੀ ਗੱਲ ਆ ਉਹ ਕਰ ਚੁੱਕੇ ਹਾਂ। ਉਹਨੂੰ ਪੱਟੀ ਲਿਖੀ ਦੀ ਲਾਈਟ ਵਿੱਚ ਪੜ੍ਹਨਾ ਪਊਗਾ। ਇਸੇ ਤਰੀਕੇ ਨਾਲ ਆਪਾਂ ਜਨੇਊ ਦੀ ਗੱਲ ਕਰ ਰਹੇ ਸੀਗੇ। ਪਿਛਲੇ ਐਪੀਸੋਡ ਦੇ ਵਿੱਚ ਗੱਲ ਹੋਈ ਸੀ ਕਿ ਜਨੇਊ ਦੇ ਬਾਰੇ ਜਦੋਂ ਗੁਰੂ ਪਾਤਸ਼ਾਹ ਮਨਾ ਕਰਦੇ ਆ ਤਾਂ ਫਿਰ ਆਪਾਂ ਨੂੰ ਪੜ੍ਹਨਾ ਪਊਗਾ ਗੁਰਬਾਣੀ ਦੇ ਵਿੱਚ ਕਿ ਗੁਰਬਾਣੀ ਵਿੱਚ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀ ਨੇ। ਤਾਂ ਜਦੋਂ ਆਪਾਂ ਇਹਨਾਂ ਦੋਨਾਂ
ਜਨਮ ਸਾਖੀ ਵਾਲੀ ਘਟਨਾ ਅਤੇ ਉਸ ਤੋਂ ਬਾਅਦ ਗੁਰਬਾਣੀ ਦੇ ਵਿੱਚ ਜੋ ਉਹ ਜਨੇਊ ਬਾਰੇ ਕਹਿੰਦੇ ਨੇ, ਜੋ ਔਰਤਾਂ ਦੇ ਹੱਕਾਂ ਬਾਰੇ ਕਹਿੰਦੇ ਨੇ, ਜਦੋਂ ਉਹਨੂੰ ਇਕੱਠਾ ਕਰਕੇ ਪੜ੍ਹਾਂਗੇ ਉਦੋਂ ਸਾਨੂੰ ਸਮਝ ਲੱਗੂਗੀ ਕਿ ਅਸਲ 'ਚ ਉਹਦਾ ਮੋਟਿਵ ਕੀ ਸੀ। ਅਸਲ 'ਚ ਸਾਡੇ ਜਿਹੜੇ ਧਰਮ ਦਾ ਮਾਰਗ, ਜਿਹੜੇ ਧਰਮ ਦੇ ਰੂਲਸ ਗੁਰੂ ਨਾਨਕ ਪਾਤਸ਼ਾਹ ਸਾਨੂੰ ਦ੍ਰਿੜ ਕਰਵਾਉਂਦੇ ਆ, ਉਹਨਾਂ ਦਾ ਮਤਲਬ ਕੀ ਸੀ। ਇਹ ਦੇਖਣਾ ਉਦੋਂ ਦੇਖਿਆ ਜਾਊਗਾ। ਹੁਣ ਨਿਯਮ, ਮੈਂ ਫਿਰ ਉੱਥੇ ਹੀ ਆਉਂਦੀ ਹਾਂ ਕਿ ਇਹ ਆਪਾਂ ਪਿਛਲੇ ਐਪੀਸੋਡ 'ਚ ਗੱਲ ਕਰ ਚੁੱਕੇ ਸੀਗੇ ਕਿ ਉਹ ਜਿਹੜੇ ਨਿਯਮ ਦਿੰਦੇ ਨੇ ਉਹ ਕਿੱਦਾਂ ਦਿੰਦੇ ਨੇ। ਜਦੋਂ ਉਹ ਉਹਨਾਂ ਨੂੰ ਜਨੇਊ ਪਾਉਣ ਦੀ ਗੱਲ ਹੁੰਦੀ ਆ, ਉਹ ਮਨਾ ਕਰਦੇ ਆ ਕਿ ਮੈਂ ਨਹੀਂ ਪਾਉਣਾ, ਅਤੇ ਉੱਥੇ ਕਿਤੇ ਵੀ ਵੈਰ ਦੀ ਭਾਵਨਾ ਨਹੀਂ ਆਉਂਦੀ। ਜਾਂ ਉਹ ਪੰਡਿਤ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਮੂਰਖ ਹਾਂ, ਜਾਂ ਉਹਨਾਂ ਲੋਕਾਂ ਨੂੰ ਮੂਰਖ ਨਹੀਂ ਕਹਿੰਦੇ ਜਿਹੜੇ ਜਨੇਊ ਧਾਰਨ ਕਰਦੇ ਆ। ਉਹ ਬਕਾਇਦਾ ਲੌਜਿਕ ਦੇ ਲੈਵਲ ਦੇ ਉੱਤੇ ਆ ਕੇ ਉਹਨਾਂ ਨਾਲ ਡਿਸਕਸ਼ਨ ਕਰਦੇ ਆ। ਉਸ ਡਿਸਕਸ਼ਨ ਦੇ ਵਿੱਚੋਂ ਫਿਰ ਇਹ ਨਿਕਲ ਕੇ ਆਉਂਦਾ ਹੈ ਕਿ ਜਨੇਊ ਹੋਣਾ ਕੈਸਾ ਚਾਹੀਦਾ। ਤਾਂ ਗੁਰੂ ਨਾਨਕ ਪਾਤਸ਼ਾਹ ਜੋ ਜਨੇਊ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੇ ਬਾਰੇ ਜਦੋਂ ਬੋਲਦੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀਆ ਕਾ ਹੈ ਤਾਂ ਭਾਂਡੇ ਕੱਤ। ਹੁਣ ਇਹੀ ਜਨੇਊ ਕਿਉਂ? ਉਹ ਜਨੇਊ ਕਿਉਂ ਨਹੀਂ ਜਿਹੜਾ ਧਾਗੇ ਨਾਲ ਉਹਨਾਂ ਨੇ ਬੰਨਿਆ ਸੀਗਾ, ਉਹ ਕਿਉਂ ਨਹੀਂ? ਤਾਂ ਉਹ ਕਹਿੰਦੇ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਿਉਂ? ਕਿਉਂਕਿ ਨਾ ਤਾਂ ਉਹਨੇ ਟੁੱਟਣਾ ਆ, ਨਾ ਉਹਨੇ ਗਲਣਾ ਆ, ਨਾ ਉਹਨੇ ਜਲਣਾ ਆ, ਉਹ ਉਤਰੇ ਹੀ ਰਹਿਣਾ ਆ। ਔਰ ਜਨੇਊ, ਜਿੱਥੇ ਉਹ ਕਹਿ ਰਹੇ ਕਿ ਮੈਂ ਜਨੇਊ ਧਾਰਨ ਨਹੀਂ ਕਰਨਾ, ਪਰ ਉਹ ਕਹਿੰਦੇ ਜਿਹੜਾ ਬੰਦਾ ਇਹੋ ਜਿਹਾ ਜਨੇਊ ਧਾਰਨ ਕਰ ਲੈਂਦਾ ਨਾ, ਉਹ ਧੰਨ ਹੈ, ਉਹ ਮਾਨਸ ਧੰਨ ਹੈ। ਹੁਣ ਇਹ ਗੱਲ ਸਮਝਣ ਵਾਲੀ ਆ। ਇਹਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਰੂਲ ਦੇ ਦਿੰਦੇ ਨੇ। ਪਹਿਲੇ 2 ਰੂਲ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ, ਇੱਕ ਤਾਂ ਵਿਵੇਕ ਅਤੇ ਦੂਸਰਾ ਜੈਂਡਰ ਇਕੁਐਲਿਟੀ। ਇਹ 2 ਗੱਲਾਂ ਆਪਾਂ ਕਰ ਚੁੱਕੇ ਹਾਂ, ਬੜੇ ਆਪਾਂ ਇਨ ਡੈਪਥ ਜਾ ਕੇ ਗੱਲਾਂ ਕਰ ਚੁੱਕੇ ਹਾਂ ਇਹਦੇ ਬਾਰੇ। ਜਿਹੜੇ ਰੂਲਸ ਦਿੰਦੇ ਆ ਉਹ ਹੈ ਦਇਆ, ਸੰਤੋਖ, ਜਤ, ਸਤ। ਆਪਾਂ ਗੱਲ ਕਰ ਰਹੇ ਸੀਗੇ ਦਇਆ ਦੀ, ਕਿਉਂਕਿ ਪਿਛਲੀ ਵਾਰੀ ਸਮਾਂ ਆਪਣੇ ਕੋਲ ਘੱਟ ਰਹਿ ਗਿਆ ਸੀ, ਇਸ ਕਰਕੇ ਮੈਨੂੰ ਜਲਦੀ ਵਾਈਂਡ ਅਪ ਕਰਨਾ ਪਿਆ ਸੀਗਾ। ਤਾਂ ਇਸ ਕਰਕੇ ਆਪਾਂ ਉਹਦੇ ਉੱਤੇ ਅੱਜ ਦੁਬਾਰਾ ਥੋੜ੍ਹਾ ਜਿਹਾ ਉਹਨੂੰ ਹੀ ਇਲਾਬੋਰੇਟ ਕਰਾਂਗੇ, ਉਹਨੂੰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਇਆ ਹੈ ਕੀ ਔਰ ਇਹ ਰੂਲ ਕਿਉਂ ਆ ਸਾਡੇ ਲਈ, ਔਰ ਰੂਲ ਹੈ ਵੀ ਕਿ ਨਹੀਂ ਹੈ, ਕਿ ਕਿਰਨ ਆਪਣੇ ਕੋਲੋਂ ਇਹ ਬਣਾਈ ਜਾਂਦੀ ਆ ਕਿ ਇਹ ਵੀ ਰੂਲ ਆ। ਤਾਂ ਇਸ ਕਰਕੇ ਇਹ ਆਪਾਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅੱਜ ਦੇ ਐਪੀਸੋਡ ਦੇ ਵਿੱਚ। ਆਪਾਂ ਜਿਹੜੀ ਪਿਛਲੇ ਐਪੀਸੋਡ ਦੇ ਵਿੱਚ ਦਇਆ ਬਾਰੇ ਗੱਲ ਕੀਤੀ ਸੀਗੀ, ਅਗਰ ਤੁਹਾਡੇ 'ਚੋਂ ਕੋਈ ਵੀ ਚਾਹੁੰਦਾ ਹੈ ਕਿ ਉਹਨਾਂ ਨੇ ਪਿਛਲਾ ਐਪੀਸੋਡ ਮਿਸ ਕਰ ਦਿੱਤਾ ਐਂਡ ਜਾਂ ਉਹਨਾਂ ਨੂੰ ਲੱਗੇ ਕਿ ਆਈ ਐਮ ਨੋਟ ਮੇਕਿੰਗ ਸੈਂਸ ਟੂਡੇ, ਮੈਂ ਅੱਜ ਜੋ ਵੀ ਮੈਂ ਬੋਲ ਰਹੀ ਹਾਂ ਉਹ ਇਟ ਡਜ਼ਨਟ ਮੇਕ ਐਨੀ ਸੈਂਸ, ਤਾਂ ਪ੍ਰੋਬੇਬਲੀ ਤੁਸੀਂ ਲੜੀ ਜੋੜਨ ਦੇ ਵਾਸਤੇ ਜਿਹੜਾ ਪਿਛਲਾ ਐਪੀਸੋਡ ਆ ਉਹ ਇੱਕ ਵਾਰੀ ਸੁਣ ਸਕਦੇ ਆ। ਆਪਾਂ ਗੱਲ ਕਰ ਰਹੇ ਸੀਗੇ ਕਿ ਸਭ ਤੋਂ ਪਹਿਲਾਂ ਤਾਂ ਦਇਆ ਹੈ ਕੀ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਧੌਲ ਧਰਮ ਦਇਆ ਕਾ ਪੂਤ। ਧੌਲ ਧਰਮ, ਉਹ ਕਹਿੰਦੇ ਨੇ ਕਿ ਜੇ ਮਾਈਥੋਲੋਜੀਕਲੀ, ਕਿਉਂਕਿ ਮੰਨਿਆ ਜਾਂਦਾ ਸੀ ਉਸ ਖਿੱਤੇ ਦੇ ਲੋਕਾਂ ਵੱਲੋਂ ਕਿ ਜਿਹੜਾ ਧੌਲ ਹੈ, ਜਿਹਦੇ ਉੱਤੇ ਇੱਕ ਧੌਲ ਹੈ, ਇੱਕ ਬਲਦ ਹੈ ਜਿਹਦੇ ਸਿੰਘਾਂ ਦੇ ਉੱਤੇ ਧਰਤੀ ਟਿਕੀ ਹੋਈ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇ ਐਸਾ ਕੋਈ ਧੌਲ ਹੈ ਜਿਹਦੇ ਸਿੰਘਾਂ ਦੇ ਉੱਤੇ ਧਰਤੀ ਟਿਕੀ ਹੋਈ ਹੈ ਤਾਂ ਉਹ ਧਰਮ ਹੈ। ਹੁਣ ਸਾਡੇ 'ਚੋਂ ਬਹੁਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖੀ ਧਰਮ ਹੈ ਹੀ ਨਹੀਂ ਜੀ, ਸਿੱਖੀ ਇਜ਼ ਅ ਵੇ ਆਫ ਲਾਈਫ। ਅਤੇ ਅਗਰ ਸਿੱਖੀ ਇਜ਼ ਵੇ ਆਫ ਲਾਈਫ ਤਾਂ ਫਿਰ ਤਾਂ ਹਰ ਇੱਕ ਕੋਈ ਵੇ ਆਫ ਲਾਈਫ ਆ। ਫਿਰ ਵਾਈ ਸ਼ੁਡ ਆਈ ਅਡੋਪਟ ਦਿਸ ਵੇ ਆਫ ਲਾਈਫ ਐਂਡ ਨੋਟ ਦੀ ਅਦਰ। ਫਿਰ ਸਾਨੂੰ ਇਹ ਵੀ ਦੇਖਣਾ ਪਊਗਾ, ਹੈ ਨਾ, ਕਿ ਅਗਰ ਸਾਰੇ ਹੀ ਵੇ ਆਫ ਲਾਈਫ ਆ ਤਾਂ ਫਿਰ ਕੋਈ ਮਰਜ਼ੀ ਅਪਣਾ ਲਓ, ਫਿਰ ਸਿੱਖੀ ਕਿਉਂ ਅਪਣਾਈ ਜਾਵੇ। ਸੋ ਸਿੱਖੀ ਇਕੱਲੀ ਵੇ ਆਫ ਲਾਈਫ ਨਹੀਂ ਆ। ਯੈਸ, ਹਰ ਇੱਕ ਚੀਜ਼ ਜਿਹੜੀ ਤੁਹਾਡੀ ਵਿਚਾਰਧਾਰਾ ਹੁੰਦੀ ਉਹ ਤੁਹਾਡਾ ਵੇ ਆਫ ਲਾਈਫ ਬਣ ਹੀ ਜਾਂਦਾ ਆ। ਤੁਸੀਂ ਇੱਕ ਦੁਕਾਨ ਵੀ ਅਗਰ ਸ਼ੁਰੂ ਕਰਦੇ ਆ ਨਾ ਤਾਂ ਉਹ ਵੀ ਤੁਹਾਡਾ ਵੇ ਆਫ ਲਾਈਫ ਬਣ ਜਾਂਦਾ, ਕਿਉਂਕਿ ਤੁਸੀਂ ਉਹਦੇ ਨਾਲ ਉਸ ਤਰੀਕੇ ਨਾਲ ਹੀ ਆਪਣੀ ਜ਼ਿੰਦਗੀ ਜੀ ਰਹੇ ਆ। ਸਵੇਰੇ ਉੱਠ ਕੇ ਤੁਸੀਂ ਆਪਣੇ ਕੰਮ 'ਤੇ ਜਾਂਦੇ ਆ, ਉਸ ਤੋਂ ਬਾਅਦ ਤੁਸੀਂ ਆ ਕੇ ਸ਼ਾਮਾਂ ਨੂੰ ਆ ਕੇ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਆ ਜਾਂ ਸਫਾਈ ਘਰ ਦੀ ਕਰਦੇ ਆ, ਉਹ ਵੀ ਤੁਹਾਡੀ ਵੇ ਆਫ ਲਾਈਫ ਬਣ ਜਾਂਦੀ ਹੈ। ਸੋ ਵੇ ਆਫ ਲਾਈਫ ਇਜ਼ ਨਾਟ ਅ ਫਿਲਾਸਫੀ। ਜਦੋਂ ਆਪਾਂ ਫਿਲਾਸਫੀ ਦੀ ਗੱਲ ਕਰਾਂਗੇ ਸਾਨੂੰ ਧਰਮ ਦੀ ਗੱਲ ਸਮਝਣੀ ਪਊਗੀ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇਕਰ ਐਸਾ ਕੋਈ ਧੌਲ ਹੈ ਜਿਹਦੇ ਸਿੰਘਾਂ ਦੇ ਉੱਤੇ ਜਾਂ ਜਿਹਦੇ ਸਿਰ ਦੇ ਉੱਤੇ ਧਰਤੀ ਖੜੀ ਹੈ ਤਾਂ ਉਹ ਹੈ ਧਰਮ। ਔਰ ਉਹ ਧਰਮ ਕੌਣ ਹੈ? ਦਇਆ ਕਾ ਪੂਤ, ਉਹ ਦਇਆ ਦਾ ਪੁੱਤ ਹੈ। ਸੋ ਇਹਦੇ ਤੋਂ ਇੱਕ ਗੱਲ ਸਾਫ਼ ਦਿਖਦੀ ਆ ਕਿ ਦਇਆ ਹੋਊਗੀ ਤਾਂ ਧਰਮ ਹੋ ਸਕਦਾ, ਕਿਉਂਕਿ ਬਾਪ ਜਾਂ ਮਾਂ ਤੋਂ ਬਿਨਾਂ ਤਾਂ ਪੁੱਤ ਨਹੀਂ ਨਾ ਹੋ ਸਕਦਾ। ਤਾਂ ਦਇਆ ਜਿਹੜਾ ਆ ਉਹ ਬੇਸ ਹੈ ਹਰ ਇੱਕ ਚੀਜ਼ ਦਾ। ਧਰਮ ਦਾ ਬੇਸ ਹੀ ਦਇਆ ਆ। ਅਗਰ ਆਪਣੇ 'ਚ ਦਇਆ ਹੈ ਤਾਂ ਆਪਾਂ ਧਰਮ ਵੱਲ ਜਾ ਸਕਦੇ ਹਾਂ, ਅਗਰ ਨਹੀਂ ਹੈ ਤਾਂ ਆਪਾਂ ਹਜੇ ਰਸਤੇ ਦੇ ਵਿੱਚ ਵੀ ਨਹੀਂ ਮੈਂ ਕਹੂੰਗੀ ਕਿ ਰੁਲ ਰਹੇ, ਆਪਾਂ ਬਹੁਤ ਪਿੱਛੇ ਹਾਂ। ਸੋ ਇਸ ਕਰਕੇ ਇੱਕ ਤਾਂ ਇਹ ਗੱਲ ਆਪਾਂ ਨੂੰ ਸਮਝ ਲੈਣੀ ਪਊਗੀ, ਧੌਲ ਧਰਮ ਦਇਆ ਕਾ ਪੂਤ।
ਜਿਹੜੇ ਦਇਆ ਦੀ, ਜਿਸ ਦਇਆ ਦੇ ਜਿਹੜਾ ਜਿਹਨੂੰ ਕਪਾਹ ਬਣਾ ਕੇ ਉਹ ਜਨੇਊ ਵੱਟਿਆ ਜਾਣਾ ਸੀ, ਉਹ ਦਇਆ ਕੀ ਆ? ਉਹ ਦਇਆ ਹੈ ਜਿਸ ਦੇ ਵਿੱਚੋਂ ਧਰਮ ਪੈਦਾ ਹੋਣਾ ਆ। ਸੋ ਪਹਿਲੀ ਚੀਜ਼ ਇਹ ਹੈ। ਹੁਣ ਉਸ ਤੋਂ ਬਾਅਦ ਜਿਹੜੀ ਉਹ ਧਰਮ, ਔਰ ਇਹ ਗੱਲ ਵੀ ਆਪਾਂ ਪਿਛਲੇ ਐਪੀਸੋਡ ਵਿੱਚ ਕਰ ਰਹੇ, ਮੈਂ ਫਿਰ ਕਹੂੰਗੀ ਕਿ ਅਗਰ ਕਿਸੇ ਨੇ ਕੁਛ ਮਿਸ ਕੀਤਾ ਹੋਵੇ ਔਰ ਉਹਨੂੰ ਲੱਗੇ ਕਿ ਮੈਂ ਪਤਾ ਨਹੀਂ ਕੀ ਬੋਲੀ ਜਾ ਰਹੀ ਹਾਂ, ਤਾਂ ਉਹ ਪਿਛਲੀ ਲੜੀ ਜੋੜਨ ਵਾਸਤੇ ਪਿਛਲੇ ਐਪੀਸੋਡਸ ਦੇਖ ਸਕਦੇ ਆ। ਜਿਹੜਾ ਧਰਮ ਹੈ, ਬਹੁਤ ਲੋਕਾਂ ਨੇ ਇਹ ਗੱਲ ਆਪਾਂ ਕਰ ਲਈ ਕਿ ਧਰਮ ਜਿਹੜਾ ਹੈ ਉਹਨੂੰ ਬਹੁਤ ਸਾਰੇ ਲੋਕਾਂ ਨੇ ਕਹਿਤਾ ਕਿ ਇਹ ਤਾਂ ਫਰੋਡ ਆ, ਇਹ ਪਤਾ ਨਹੀਂ ਕੀ ਆ, ਕਿਉਂਕਿ ਉਹਨਾਂ ਨੂੰ ਆਪਾਂ ਰਿਲੀਜਨ ਦੇ ਨਾਲ ਟਰਾਂਸਲੇਟ ਕਰ ਲਿਆ। ਹਾਊਐਵਰ ਜਿਹੜਾ ਧਰਮ ਹੁੰਦਾ, ਦੈਟ ਇਜ਼ ਰਾਈਟੀਅਸ ਲਿਵਿੰਗ, ਤੁਹਾਡੀ ਜਿਹੜੀ ਤੁਸੀਂ ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆ, ਤੁਸੀਂ ਸੱਚਾਈ ਦੇ ਨਾਲ ਆਪਣੇ ਜੀਵਨ ਨੂੰ ਢਾਲਦੇ ਆ, ਉਹ ਧਰਮ ਹੁੰਦਾ ਆ। ਖੈਰ, ਅਗਲੀ ਗੱਲ ਜੋ ਹੁਣ ਗੁਰਬਾਣੀ ਦੱਸਦੀ ਆ, ਉਹ ਸਾਨੂੰ ਪਤਾ ਪੁੱਛਣਾ ਪਊਗਾ ਕਿ ਠੀਕ ਆ ਜੀ, ਗੁਰਬਾਣੀ ਨੇ ਕਹਿਤਾ ਕਿ ਧਰਮ ਜੋ ਹੈ ਉਹ ਦਇਆ ਕਾ ਪੂਤ ਆ। ਹੁਣ ਦਇਆ ਕੌਣ ਹੈ? ਇਹ ਕਿਹਦਾ ਨਾਮ ਹੋਇਆ, ਹੈ ਨਾ? ਸਾਨੂੰ ਇਹ ਗੁਰਬਾਣੀ ਦੀ ਸ਼ਰਨ 'ਚ ਜਾ ਕੇ ਪੁੱਛਣਾ ਪਊਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਸਾਨੂੰ ਇਹ ਪੁੱਛਣਾ ਪਊਗਾ ਕਿ ਉਹ ਦਇਆ ਕੌਣ ਹੋਇਆ ਜੀ, ਸਾਨੂੰ ਉਹ ਵੀ ਦੱਸ ਦਿਓ। ਤਾਂ ਗੁਰੂ ਪਾਤਸ਼ਾਹ ਦੱਸਦੇ ਨੇ, ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ। ਮਿਹਰਵਾਨ ਕਿਰਪਾਲ ਦਿਆਲਾ। ਹੁਣ ਇੱਥੇ ਸਮਝ ਲਈਏ ਆਪਾਂ ਕਿ ਜਿਹੜਾ ਦਿਆਲਾ ਹੈ, ਜੇ ਤਾਂ ਦਇਆ ਕਹਿਣਾ ਹੁੰਦਾ ਜਾਂ ਦਇਆ ਕਰਨੀ ਕਹਿਣਾ ਹੁੰਦਾ ਤਾਂ ਫਿਰ ਉਹ ਵਰਬ ਹੋਣਾ ਸੀਗਾ। ਇੱਥੇ ਦਿਆਲਾ ਕਿਹਾ ਗਿਆ ਆ ਕਿ ਉਹ ਦਿਆਲਾ ਆ, ਉਹੀ ਦਿਆਲ ਹੈ। ਤਾਂ ਇਹ ਨਾਊਨ ਬਣ ਗਿਆ, ਨਾਵ ਬਣ ਗਿਆ। ਜਿਨ੍ਹਾਂ ਨੂੰ ਵੀ ਗ੍ਰਾਮਰ ਦੀ ਆਪਾਂ ਨੂੰ ਤਕਰੀਬਨ ਸਭ ਨੂੰ ਹੀ ਸਮਝ ਆ, ਤਾਂ ਗ੍ਰਾਮਰ ਨੂੰ ਆਪਾਂ ਅਗਰ ਸਮਝੀਏ ਤਾਂ ਦਿਆਲਾ ਕਰਕੇ ਉਹਨਾਂ ਨੇ ਉਹਨੂੰ ਨਾਊਨ ਬਣਾਤਾ। ਔਰ ਉਸ ਨਾਊਨ ਦੇ ਐਡਜੈਕਟਿਵ ਕੀ ਨੇ? ਮਿਹਰਵਾਨ ਕਿਰਪਾਲ ਦਿਆਲਾ। ਉਹ ਨਾਊਨ ਕਿਹੋ ਜਿਹਾ? ਉਹ ਦਿਆਲਾ ਕੌਣ ਆ? ਜਿਹੜਾ ਮਿਹਰਵਾਨ ਆ ਔਰ ਕਿਰਪਾਲ ਆ। ਅਗਲੀ ਗੱਲ ਜਿਹੜੀ ਇੰਪੋਰਟੈਂਟ ਆ ਉਹ ਹੈ ਸਗਲੇ ਤ੍ਰਿਪਤ ਅਗਾਏ ਜੀਓ, ਕਿ ਉਹਦੀ ਰਜ਼ਾ ਦੇ ਵਿੱਚ ਸਾਰੀ ਜਿਹੜੀ ਸਗਲੇ ਤ੍ਰਿਪਤ ਦਾ ਮਤਲਬ ਹੁੰਦਾ ਫੁੱਲਫਿਲਡ, ਹੈ ਨਾ? ਹਰ ਕੋਈ ਫੁੱਲਫਿਲਡ ਹੈ, ਸੈਟਿਸਫਾਈਡ ਹੈ, ਸਗਲੇ। ਹੁਣ ਇਹ ਵਰਡ ਜਿਹੜਾ ਸਗਲੇ ਆ ਨਾ, ਇਹ ਬੜਾ ਇੰਪੋਰਟੈਂਟ ਔਰ ਸਮਝਣ ਵਾਲਾ ਆ। ਉਹਨਾਂ ਨੇ ਇਹ ਨਹੀਂ ਕਿਹਾ ਕਿ ਇਕੱਲੇ ਐਕਸ ਜਾਂ ਇਕੱਲੇ ਵਾਈ ਜਾਂ ਇਕੱਲੇ ਜ਼ੀ ਜਾਂ ਇਕੱਲੇ ਏ, ਸਿਰਫ ਇੰਨੇ ਕੀ ਲੋਕ ਜਿਹੜੇ ਆ ਉਹ ਤ੍ਰਿਪਤ ਹੋਣਗੇ। ਨਹੀਂ, ਉਹਨਾਂ ਨੇ ਇਹ ਨਹੀਂ ਕਿਹਾ। ਕੰਟਰਰੀ ਟੂ ਅਦਰ ਰਿਲੀਜਨਸ, ਕੰਟਰਰੀ ਜਿਹਨੂੰ ਆਪਾਂ ਰਿਲੀਜਨ ਕਹਿ ਦਿੰਦੇ ਹਾਂ, ਕੰਟਰਰੀ ਟੂ ਅਦਰ ਬਿਲੀਵਸ, ਜਿੱਥੇ ਜਾ ਕੇ ਕਿਹਾ ਜਾਂਦਾ ਕਿ ਜੇ ਤੁਸੀਂ ਅਗਰ ਤੁਹਾਡੀ ਇਹ ਵਿਚਾਰਧਾਰਾ ਆ ਤਾਂ ਸਿਰਫ ਤੁਸੀਂ ਤਾਂ ਹੀ ਬਚ ਸਕਦੇ ਆ। ਕੁਛ ਨੂੰ ਲੱਗਦਾ ਕਿ ਸਾਨੂੰ 5 ਅੱਖਰਾਂ ਵਾਲਾ ਜਿਹੜਾ ਉਹ ਨਾਮ ਮਿਲ ਜਾਂਦਾ, ਉਹਦੇ ਨਾਲ ਹੀ ਅਸੀਂ ਬਚ ਸਕਦੇ, ਦੁਨੀਆ ਹੀ ਤਾਂ ਬਚ ਸਕਦੀ। ਪਿਛਲੀ ਵਾਰੀ ਮੈਨੂੰ ਇੱਕ ਈਮੇਲ ਵੀ ਆਈ ਸੀਗੀ, ਤਾਂ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਜਿਹੜਾ ਗੁਰਬਾਣੀ ਜਿਹੜੀ ਆ ਉਹ ਸਿਰਫ ਪੜ੍ਹੀ ਜਾ ਸਕਦੀ ਹੈ, ਗੁਰਬਾਣੀ ਰਸਤਾ ਨਹੀਂ ਦਿਖਾ ਸਕਦੀ। ਰਸਤਾ ਦਿਖਾਉਣ ਲਈ ਤੁਹਾਨੂੰ ਕੋਈ ਜਿਹੜਾ ਹਿਊਮਨ ਬੋਡੀ ਦੇ ਵਿੱਚ ਕੋਈ ਚਾਹੀਦਾ ਆ। ਔਰ ਉਹ ਕਹਿੰਦੇ ਕਿ ਦੁਨੀਆ ਦੇ ਵਿੱਚ ਇੱਕੋ ਹੀ ਪੁਰਸ਼ ਹੁੰਦਾ ਆ। ਹੁਣ ਗੁਰਬਾਣੀ ਇਹ ਨਹੀਂ ਕਹਿੰਦੀ। ਗੁਰਬਾਣੀ ਕਹਿੰਦੀ ਹੈ ਕਿ ਉਸ ਦਿਆਲ ਦੇ ਘਰ ਦੇ ਵਿੱਚ ਸਗਲੇ ਹਰ ਕੋਈ ਤ੍ਰਿਪਤ ਹੋ ਜਾਂਦਾ ਆ, ਫੁੱਲਫਿਲ ਹੋ ਜਾਂਦਾ। ਪਰ ਸਾਨੂੰ ਜਾਣਾ ਪਊਗਾ ਉਸ ਘਰ ਦੇ ਵਿੱਚ। ਹੁਣ ਉਹ ਘਰ ਕਿਹਦਾ ਆ? ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ABC ਐਡਰੈਸ 'ਤੇ ਜਾਓ ਅਤੇ ਫਿਰ ਗੱਲ ਬਣੂਗੀ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਕਹੀ। ਸੋ ਗੁਰਬਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਬੜੀਆਂ ਕਲੀਅਰ ਆ, ਆਪਾਂ ਸਮਝਣੀਆਂ ਸ਼ੁਰੂ ਕਰ ਦਈਏ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਬੜਾ ਕੁਛ ਸਾਨੂੰ ਸਾਫ਼ ਹੁੰਦਾ ਜਾਊਗਾ। ਸੋ ਧਰਮ ਦੇ ਵਿੱਚ ਜਿਹੜੀ ਦਇਆ ਹੈ, ਉਹ ਕਹਿੰਦੇ ਕਿ ਦਇਆ ਕੌਣ? ਉਹਦੀ ਕੀ ਡੈਫੀਨੇਸ਼ਨ ਆ? ਮਿਹਰਵਾਨ ਕਿਰਪਾਲ। ਜਿਹੜਾ ਦਿਆਲ ਹੈ ਉਹ ਨਾਊਨ, ਉਹਦੀਆਂ ਪ੍ਰੋਪਰਟੀਜ਼ ਕੀ ਨੇ? ਉਹ ਮਿਹਰਵਾਨ ਹੈ ਅਤੇ ਕਿਰਪਾਲ ਹੈ। ਔਰ ਉਹਦੇ ਰਾਜ ਦੇ ਵਿੱਚ ਸਗਲੇ ਸਾਰੇ ਹੀ ਉਹਦੇ ਰਾਜ ਦੇ ਵਿੱਚ ਆਉਂਦੇ ਆ। ਕੋਈ ਵੀ ਇੱਕ ਇਹ ਨਹੀਂ ਆ ਕਿ ਕੋਈ ਪਰਟੀਕੂਲਰ ਬੰਦਾ ਉਹਦੇ ਵਿੱਚੋਂ ਬਾਹਰ ਰਹਿ ਜਾਂਦਾ, ਇੱਦਾਂ ਦੀ ਗੱਲ ਨਹੀਂ ਆ। ਤਾਂ ਹੀ ਤਾਂ ਗੁਰੂ ਨਾਨਕ ਦਾ ਘਰ ਜਿਹੜਾ ਉਹ ਨਿਰਵੈਰ ਹੈ। ਤਾਂ ਹੀ ਤਾਂ ਉਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੋਈ ਬਾਈਨਰੀ ਨਹੀਂ, ਕੋਈ ਔਰਤ ਮਰਦ ਦੀ ਜਿਹੜੀ ਉੱਚੀ ਨੀਵੀਂ ਵਾਲੀ ਗੱਲ ਕੋਈ ਨਹੀਂ, ਕੋਈ ਜਾਤਾਂ ਦਾ ਕੋਈ ਭੇਦ ਨਹੀਂ, ਕੋਈ ਕਿਸੇ ਤਰੀਕੇ ਨਾਲ ਵੀ ਕੋਈ ਭੇਦ ਨਹੀਂ ਆ। ਆਪਾਂ ਬਣਾ ਲਿਆ ਅਤੇ ਉਹ ਸਿੱਖਾਂ ਦੀ ਕਮਜ਼ੋਰੀ ਹੈ, ਨਾ ਕਿ ਸਿੱਖੀ ਦੀ ਕਮਜ਼ੋਰੀ ਆ। ਇਸ ਚੀਜ਼ ਨੂੰ ਆਪਾਂ ਸਮਝ ਲਈਏ। ਸੋ ਉਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸ ਦਿੰਦੇ ਨੇ ਕਿ ਦਿਆਲ ਕੌਣ ਹੈ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਆਪਾਂ ਜਾਂਦੇ ਹਾਂ ਤਾਂ ਉੱਥੇ ਗੱਲ ਆਉਂਦੀ ਆ, ਤੂੰ ਹੀ ਮੋਹੀ ਮੋਹੀ ਤੂੰ ਹੀ ਭੇਦ ਕੈਸਾ, ਹੈ ਨਾ? ਉੱਥੇ ਆਪਾਂ ਕਹਿੰਦੇ ਕਿ ਤੂੰ ਮੈਂ ਅਤੇ ਮੈਂ ਤੂੰ ਆ, ਅਤੇ ਫਿਰ ਭੇਦ ਕੀ ਹੈ ਇਹਨਾਂ ਦੋਵਾਂ ਦੇ ਵਿੱਚ? ਔਰ ਉਸੇ ਘਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਸਾਨੂੰ ਹੁਕਮ ਹੈ, ਗੁਰਬਾਣੀ ਬਣੀਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਉਹ ਸਾਨੂੰ ਮਹਾਰਾਜ ਕਹਿੰਦੇ ਨੇ, ਇਹ ਹੁਕਮ ਹੈ ਸਾਨੂੰ
ਕਿ ਆਪਾਂ ਗੁਰਬਾਣੀ ਬਣਨਾ। ਹੁਣ ਗੁਰਬਾਣੀ ਬਣ ਜਾਣ ਦਾ ਮਤਲਬ ਕੀ ਕਿ ਤੁਸੀਂ ਉਸ ਅੱਖਰ ਦੇ ਵਿੱਚ ਅਭੇਦ ਹੋ ਜਾਣਾ, ਤੁਹਾਡਾ ਅੱਖਰ ਦੇ ਨਾਲ ਉਸ ਸ਼ਬਦ ਦੇ ਨਾਲ ਕੋਈ ਭੇਦ ਨਾ ਰਹਿ ਜਾਣਾ। ਇਹਨਾਂ ਕੀ ਮਤਲਬ ਆ ਕਿ ਗੁਰਬਾਣੀ ਬਣ ਜਾਣਾ। ਹੁਣ ਇਹ ਗੱਲ ਤਾਂ ਇੰਨੀ ਕੀ ਆ ਕਿ ਉਸ ਸ਼ਬਦ ਦੇ ਵਿੱਚ ਭੇਦ ਹੋ ਜਾਣਾ, ਪਰ ਜਿਹੜੀਆਂ ਉਹਦੀਆਂ ਸਾਡੀ ਇੱਕ ਜਿਹੜੀ ਕਿਉਂਕਿ ਅੱਖਾਂ ਬੰਦ ਕਰਕੇ ਤਾਂ ਆਪਾਂ ਤਾਂ ਬੈਠਾਂਗੇ ਨਾ ਜੇ ਸਾਡੀ ਪਹਿਲਾਂ ਭਾਂਡਾ ਤਿਆਰ ਹੋਊਗਾ ਅਤੇ ਹੈ ਨਾ, ਕਿ ਪਹਿਲਾਂ ਉਹ ਭਾਂਡਾ ਤਿਆਰ ਹੋਊਗਾ, ਉਸ ਭਾਂਡੇ ਦੇ ਵਿੱਚ ਹੀ ਕੁਛ ਪਾਇਆ ਜਾ ਸਕਦਾ। ਗੰਦੇ ਭਾਂਡੇ 'ਚ ਆਪਾਂ ਕਿੱਦਾਂ ਖੀਰ ਪਾਵਾਂਗੇ, ਹੈ ਨਾ। ਤਾਂ ਇਸ ਕਰਕੇ ਉਹ ਭਾਂਡਾ ਸਾਫ਼ ਕਰਨ ਲਈ ਇਹ ਜਿਹੜੇ ਨਿਯਮ ਹੈ ਜ਼ਰੂਰੀ ਆ, ਔਰ ਉਹਨਾਂ ਨਿਯਮਾਂ ਦੇ ਵਿੱਚ ਪਹਿਲਾ ਨਿਯਮ ਦਇਆ ਦਾ ਨਿਯਮ ਹੈ। ਹੁਣ ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਗੱਲ ਉੱਥੇ ਹੀ ਫੇਰ ਆ ਜਾਂਦੀ ਹੈ ਕਿ ਜਦੋਂ ਸਾਨੂੰ ਗੁਰਬਾਣੀ ਬਣਨ ਦੀ ਗੱਲ ਕਰਦੇ ਆ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਇਹ ਜਿਹੜੇ ਟਰੇਟਸ ਨੇ ਜਿਹਦੇ ਵਰਗੇ ਅਸੀਂ ਹੋਣਾ ਆ, ਜਾਂ ਜਿਹਨੂੰ ਆਪਾਂ ਕਹਿੰਦੇ ਕਿ ਤੇਰੇ ਮੇਰੇ 'ਚ ਕੋਈ ਭੇਦ ਨਹੀਂ, ਤਾਂ ਫਿਰ ਉਹਦੇ ਵਰਗੇ ਟਰੇਟ ਵੀ ਤਾਂ ਸਾਡੇ ਹੋਣੇ ਚਾਹੀਦੇ ਆ, ਉਹੋ ਜਿਹੇ ਕਰੈਕਟਰ ਵੀ ਤਾਂ ਸਾਡੇ ਕੋਲ ਹੋਣੇ ਚਾਹੀਦੇ ਆ ਨਾ। ਤਾਂ ਉਹਦੇ ਵਿੱਚ ਸਾਨੂੰ ਗੁਰੂ ਪਾਤਸ਼ਾਹ ਫਿਰ ਹੁਕਮ ਦਿੰਦੇ ਨੇ ਕਿ ਦਇਆ ਤੁਹਾਡੇ ਲਈ ਹੁਕਮ ਹੈ। ਸਿੱਖ ਦਇਆ ਨੂੰ, ਜਿਸ ਤਰੀਕੇ ਨਾਲ ਸਿੱਖ ਵਿਵੇਕ ਬੁੱਧੀ ਨੂੰ ਔਰ ਜੈਂਡਰ ਇਕੁਐਲਿਟੀ ਨੂੰ ਚੂਜ਼ ਨਹੀਂ ਕਰ ਸਕਦਾ, ਜਿਸ ਤਰੀਕੇ ਨਾਲ ਆਪਾਂ ਇੱਕ ਐਕਸਰਸਾਈਜ਼ ਅੱਜ ਕੱਲ੍ਹ ਕਰ ਰਹੇ ਹਾਂ, ਮੈਨੂੰ ਨਹੀਂ ਪਤਾ ਕਿ ਤੁਸੀਂ ਇਹਨੂੰ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ, ਬਟ ਮੈਂ ਤਾਂ ਹਮੇਸ਼ਾ ਆਪਣਾ ਹੋਮਵਰਕ ਕਰਦੀ ਹਾਂ ਘਰ ਜਾ ਕੇ, ਕਿ ਜੋ ਵੀ ਇੱਥੋਂ ਮੈਂ ਤੁਹਾਨੂੰ ਦੱਸ ਕੇ ਜਾਂਦੀ ਹਾਂ ਕਿ ਇਸ ਹਫ਼ਤੇ ਆਪਾਂ ਵਿਵੇਕ ਬੁੱਧੀ ਨੂੰ ਆਪਣੇ ਅੰਦਰ ਦੇਖਣਾ ਹੈ ਕਿ ਮੈਂ ਕਿੰਨੀ ਕੁ ਵਾਰੀ ਵਿਵੇਕੀ ਨਾਲ ਕੁਐਸਚਨ ਕੀਤੇ ਨੇ ਔਰ ਉਹਨਾਂ ਦੇ ਆਨਸਰ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਲੌਜਿਕ ਨੂੰ ਅਪਲਾਈ ਕੀਤਾ ਆ। ਦੂਜੇ ਹਫ਼ਤੇ ਆਪਾਂ ਕੀਤਾ ਸੀਗਾ ਕਿ ਕਿੰਨੀ ਕੁ ਵਾਰੀ ਗੁਰੂ ਨਾਨਕ ਵੱਲੋਂ ਜਿਹੜਾ ਇੱਕ ਸਿਧਾਂਤ ਸਾਨੂੰ ਦਿੱਤਾ ਜੈਂਡਰ ਇਕੁਐਲਿਟੀ ਦਾ, ਉਹਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਅਜ਼ਮਾਇਆ ਆ, ਔਰ ਕਿੰਨੀ ਕੁ ਵਾਰੀ ਅਸੀਂ ਉਸ ਰੂਲ ਤੋਂ ਥਿੜਕੇ ਹਾਂ। ਪਿਛਲੇ ਵਾਰੀ ਮੈਂ ਜਿਹੜਾ ਆਪਾਂ ਇੱਕ ਗੱਲ ਕੀਤੀ ਸੀਗੀ ਉਹ ਸੀਗੀ ਕਿ ਇੱਕ ਪੁਆਇੰਟਰ ਜਿਹਦੇ ਵਿੱਚ ਉਹ ਗਾਲਾਂ ਵਾਲੀ ਗੱਲ ਸੀਗੀ ਕਿ ਜਿੱਥੇ ਜੈਂਡਰ ਦੇ ਵਿੱਚ ਆ ਕੇ ਜਦੋਂ ਅਸੀਂ ਕਿਸੇ ਨੂੰ ਦਿੰਦੇ ਹਾਂ, ਅਸੀਸ ਦਿੰਦੇ ਹਾਂ, ਤਾਂ ਉਹ ਸਾਰੀਆਂ ਅਸੀਸਾਂ ਮੁੰਡਿਆਂ ਵਾਸਤੇ, ਸਾਰੀਆਂ ਗਾਲਾਂ ਸਾਡੀਆਂ ਜਿਹੜੀਆਂ ਲੇਡੀਜ਼ ਵਾਸਤੇ ਰਾਖਵੀਆਂ ਨੇ, ਅਸੀਂ ਉਹ ਕਿੰਨੀ ਕੁ ਵਾਰੀ ਕਰਦੇ ਹਾਂ। ਤਾਂ ਇਹ ਜਿਹੜੀ ਚੀਜ਼ ਆ ਹੈ ਨਾ, ਇਹ ਆਪਾਂ ਕਰ ਰਹੇ ਸੀਗੇ। ਹੁਣ ਅੱਜ ਵਾਲਾ ਜਿਹੜਾ ਹੈ ਉਹਦੇ ਵਿੱਚ ਆਪਾਂ ਇਹ ਸ਼ੁਰੂ ਕਰੀਏ ਕਿ ਹੁਣ ਜੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਦਇਆ ਦੀ ਗੱਲ ਕਰਦੇ, ਹੁਕਮ ਦਿੰਦੇ ਆ ਸਾਨੂੰ ਕਿ ਜਿਸ ਤਰੀਕੇ ਨਾਲ ਵਿਵੇਕ, ਜੈਂਡਰ ਇਕੁਐਲਿਟੀ, ਇਹ ਸਾਡੀ ਚੋਇਸ ਨਹੀਂ ਆ ਕਿ ਸਾਡੀ ਮਰਜ਼ੀ ਆ ਅਤੇ ਇੰਨਾ ਕੁ ਅਸੀਂ ਕਰ ਲਈਏ ਅਤੇ ਬਾਕੀ ਅਸੀਂ ਰਹਿਣ ਦੀਏ, ਨਾ, ਸਾਨੂੰ ਹੁਕਮ ਹੈ। ਸਿੱਖ ਨੂੰ ਵਿਵੇਕੀ ਵੀ ਹੋਣਾ ਪਊਗਾ, ਸਿੱਖ ਨੂੰ ਜੈਂਡਰ ਇਕੁਐਲਿਟੀ ਦੀ ਗੱਲ ਵੀ ਕਰਨੀ ਪਊਗੀ। ਔਰ ਜਿਹੜਾ ਸਿੱਖ ਜੈਂਡਰ ਇਕੁਐਲਿਟੀ ਦੀ ਗੱਲ ਨਹੀਂ ਕਰ ਰਿਹਾ ਔਰ ਕਹਿੰਦਾ ਕਿ ਬਾਕੀ ਸਾਰਾ ਕੁਛ ਮੈਂ ਕਰ ਰਿਹਾ ਜੀ, ਬਸ ਮੈਨੂੰ ਇਹ ਜੈਂਡਰ ਇਕੁਐਲਿਟੀ ਵਾਲੀ ਗੱਲ ਛੱਡ ਦਿਓ, ਗਾਲਾਂ ਮੈਂ ਕੱਢਣੀਆਂ ਧੀਆਂ ਭੈਣਾਂ ਨੂੰ, ਫਿਰ ਤੁਸੀਂ ਸਿੱਖੀ ਦੇ ਰੂਲ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ, ਆਪਾਂ ਰੂਲ ਹੀ ਫੋਲੋ ਨਹੀਂ ਕਰ ਰਹੇ। ਇਸੇ ਤਰੀਕੇ ਨਾਲ ਜਿਹੜਾ ਦਇਆ ਹੈ, ਦਇਆ ਸਾਡੇ ਲਈ ਰੂਲ ਹੈ। ਗੁਰੂ ਨਾਨਕ ਪਾਤਸ਼ਾਹ ਸਾਨੂੰ ਐਜ਼ ਅ ਰੂਲ ਦਿੰਦੇ ਨੇ, ਉਹ ਸਾਡੀ ਮਰਜ਼ੀ 'ਤੇ ਨਹੀਂ ਛੱਡਦੇ ਕਿ ਤੁਹਾਡੀ ਮਰਜ਼ੀ ਹੈ, ਦਇਆ ਕਰਨੀ ਕਰ ਲਿਓ, ਨਹੀਂ ਕਰਨੀ ਨਾ ਕਰ ਲਿਓ। ਹੁਣ ਉਹ ਕਿੱਥੋਂ ਪਤਾ ਲੱਗੂਗਾ? ਇਹ ਵੀ ਮੈਂ ਆਪਣੇ ਕੋਲੋਂ ਨਹੀਂ, ਗੁਰਬਾਣੀ ਕੋਲੋਂ ਹੀ ਆਪਾਂ ਪੁੱਛਾਂਗੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਭਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ। ਭਗਤ ਗਿਆਨ ਦਇਆ ਭੰਡਾਰਨ, ਇਹ ਤੁਹਾਨੂੰ ਹੁਕਮ ਹੈ। ਲੈਟ ਸਪਿਰਿਚੁਅਲ ਵਿਜ਼ਡਮ ਬੀ ਯੋਰ ਫੂਡ ਐਂਡ ਕੰਪੈਸ਼ਨ ਯੋਰ ਅਟੈਂਡੈਂਟ। ਸੋ ਇਹ ਸਾਨੂੰ ਹੁਕਮ ਹੈ ਕਿ ਸਾਨੂੰ ਜਿਹੜੀ ਦਇਆ ਆ ਉਹ ਸਾਡੇ ਕੋਲ ਆਪਣੇ ਕੋਲ ਸਮਾ ਕੇ ਰੱਖਣੀ ਆ, ਸਾਨੂੰ ਹੁਕਮ ਆ। ਔਰ ਅਗਰ ਇਹ ਹੁਕਮ ਆ, ਕਿਉਂਕਿ ਜਦੋਂ ਅਸੀਂ ਆਪਣੇ ਕਿਤੇ ਜੋਬ 'ਤੇ ਵੀ ਇੰਟਰਵਿਊ ਵਾਸਤੇ ਜਾਂਦੇ ਹਾਂ ਨਾ, ਤਾਂ ਦੇਅਰ ਆਰ ਸਰਟਨ ਰੂਲਸ ਸਾਨੂੰ ਦੱਸ ਦਿੱਤੇ ਜਾਂਦੇ ਆ ਕਿ ਤੁਹਾਡੀ ਕੰਪਨੀ ਦੇ ਆਹ ਰੂਲ ਹੈ, ਔਰ ਜਿਨ੍ਹਾਂ ਰੂਲਸ ਨੂੰ ਅਗਰ ਤੁਸੀਂ ਫੋਲੋ ਨਹੀਂ ਕਰਦੇ ਤਾਂ ਤੁਹਾਡੇ ਉੱਤੇ ਡਿਸਿਪਲਿਨਰੀ ਮੈਜਰ ਵੀ ਲੱਗਦੇ ਆ। ਫਿਰ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸਾਨੂੰ ਰੂਲ ਦੇ ਦਿੱਤਾ ਗਿਆ ਕਿ ਦਇਆ ਤੁਹਾਡਾ ਰੂਲ ਹੈ, ਤੁਹਾਨੂੰ ਦਇਆ ਸਿੱਖ ਹੋ ਤਾਂ ਦਇਆ ਤੁਹਾਨੂੰ ਤੁਹਾਡੇ ਅੰਦਰ ਹੋਣੀ ਹੀ ਚਾਹੀਦੀ ਆ, ਇਹ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ। ਤਾਂ ਫਿਰ ਅਗਰ ਰੂਲ ਹੈ ਤਾਂ ਉਹਨੂੰ ਚੈੱਕ ਕਰਨ ਦੇ ਮਾਪਦੰਡ ਵੀ ਹੋਣਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਉਹ ਚੈੱਕ ਵੀ ਕਰਦੇ ਨੇ ਕਿ ਗੁਰਮੁਖ ਸੁਹਾਗਣੀ ਉਹ ਹੈ ਜਿਹਦੇ ਅੰਦਰ ਦਇਆ ਆਈ ਆ। ਹੁਣ ਇਹਦੇ ਵਿੱਚ ਮੈਂ ਅਕਸਰ ਇਹ ਗੱਲ ਬਾਰ-ਬਾਰ ਬੋਲਦੀ ਰਹਿੰਦੀ ਹਾਂ ਕਿ ਔਰ ਹਮੇਸ਼ਾ ਅੱਜ ਵੀ ਮੈਂ ਇਹੀ ਗੱਲ ਰਿਪੀਟ ਕਰੂੰਗੀ ਕਿ ਅਗਰ ਆਪਾਂ ਦੇਖੀਏ ਤਾਂ ਸਾਰੀ ਗੁਰਬਾਣੀ ਸੁਹਾਗਣ ਜਾਂ ਔਰਤ ਮੁਖੀ ਹੋ ਕੇ ਦੱਸੀ ਗਈ ਆ। ਹੁਣ ਲੇਖੋ ਨੂੰ ਗੁਰੂ ਨਾਨਕ ਪਾਤਸ਼ਾਹ ਰਹੇ ਨੇ ਜਾਂ ਗੁਰੂ ਮਹਾਰਾਜ ਜਿਹੜੇ ਵੀ ਜਾਮੇ ਦੇ ਵਿੱਚ ਆ ਕੇ ਉਹ ਲਿਖ ਰਹੇ ਨੇ ਜਾਂ ਕੋਈ ਭਗਤ ਜੀ ਲਿਖ ਰਹੇ ਨੇ, ਤਾਂ ਸਾਰੇ ਪਾਸੇ ਹੀ ਉਹ ਗੱਲ ਔਰਤ ਮੁਖੀ ਹੋ ਕੇ ਕਰ ਰਹੇ। ਕਾਰਨ ਕਿਉਂਕਿ ਔਰਤ ਨੂੰ ਉਸ ਸਮੇਂ ਦੇ ਵਿੱਚ ਇਹ ਮੰਨਿਆ ਗਿਆ ਸੀਗਾ ਕਿ ਔਰਤ ਨੂੰ ਥੋੜ੍ਹਾ ਨੀਵਾਂ ਰਹਿਣਾ ਆ ਆਪਣੇ ਪਤੀ ਤੋਂ, ਕਿਉਂਕਿ ਪਤੀ ਪਰਮੇਸ਼ਵਰ ਹੈ
ਤੇ ਗੁਰੂ ਨਾਨਕ ਦਾ ਘਰ ਕਹਿੰਦਾ ਹੈ ਕਿ ਜੇ ਪਤੀ ਹੀ ਪਰਮੇਸ਼ਵਰ ਹੈ ਤਾਂ ਸਿਰਫ ਫਿਰ ਪਰਮੇਸ਼ਵਰ ਹੀ ਪਤੀ ਹੈ, ਬਾਕੀ ਸਾਰੀਆਂ ਹੀ ਔਰਤਾਂ। ਜੇ ਆਦਮੀ ਹੋਣਾ ਹੀ ਸੁਪੀਰੀਅਰ ਹੋਣਾ ਹੈ ਤਾਂ ਫਿਰ ਸਿਰਫ ਇੱਕ ਪਰਮਾਤਮਾ ਹੀ ਸੁਪੀਰੀਅਰ ਹੈ, ਬਾਕੀ ਤੁਸੀਂ ਲਿੰਗ ਦੇ ਆਧਾਰ ਦੇ ਉੱਤੇ, ਜੈਂਡਰ ਦੇ ਆਧਾਰ ਦੇ ਉੱਤੇ ਔਰਤਾਂ ਆਦਮੀ ਬਣੇ ਫਿਰਦੇ ਹੋ, ਕੋਈ ਔਰਤ ਆਦਮੀ ਨਹੀਂ। ਜੇ ਤੁਹਾਨੂੰ ਲੱਗਦਾ ਹੈ ਕਿ ਔਰਤਾਂ ਇਨਫੀਰੀਅਰ ਹੁੰਦੀਆਂ ਤਾਂ ਇਸ ਦੁਨੀਆ ਦੇ ਵਿੱਚ ਸਾਹ ਲੈ ਰਹੇ ਸਾਰੇ ਜੀਵ ਹੀ ਔਰਤਾਂ ਨੇ। ਫਿਰ ਆਦਮੀ ਹੋ ਕੇ ਤੁਸੀਂ ਇੱਕ ਸਿਰਫ ਜੈਂਡਰ ਦੇ ਆਧਾਰ ਦੇ ਉੱਤੇ ਸੁਪੀਰੀਅਰ ਨਹੀਂ ਹੋ ਜਾਂਦੇ। ਇਹ ਗੁਰੂ ਨਾਨਕ ਦੇ ਘਰ ਦੀ ਫਿਲਾਸਫੀ ਆ। ਹੁਣ ਇਹਦੇ ਵਿੱਚ ਹੀ ਜਦੋਂ ਮੈਂ ਦੁਬਾਰਾ ਦਇਆ 'ਤੇ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਗੁਰਮੁਖ ਸੁਹਾਗਣੀ ਤਿੰਨ ਦਇਆ ਪਈ ਮਨ ਆਏ, ਕਿ ਗੁਰਮੁਖ ਸੁਹਾਗਣੀ ਉਹਦੇ ਨਾਲ ਮਿਲੀ ਹੋਈ ਰੂਹ ਸਿਰਫ ਉਹੀ ਹੈ ਜਿਸ ਦੇ ਅੰਦਰ ਦਇਆ ਹੈ, ਜਿਸ ਦੇ ਅੰਦਰ ਦਇਆ ਆਉਂਦੀ ਆ। ਸੋ ਇੱਥੇ ਆਪਣਾ ਰੂਲ ਬੜਾ ਕਲੀਅਰਲੀ ਡਿਫਾਈਨ ਕਰ ਦਿੰਦੇ ਆ ਕਿ ਉਹਦੇ ਘਰ ਦੀ ਸੁਹਾਗਣ, ਉਹਦੇ ਘਰ ਦੀ, ਜਾਂ ਕਹਿ ਲਓ ਕਿ ਉਹਦੇ ਨਾਲ ਮਿਲੀ ਹੋਈ ਹੋਣ ਦੇ ਕਰਕੇ ਦੇ ਵਾਸਤੇ ਜੋ ਰੂਲ ਹੈ ਉਹ ਦਇਆ ਦਾ ਰੂਲ ਹੈ, ਪਹਿਲਾ ਰੂਲ। ਜਿਹੜਾ ਇਸ ਤੋਂ ਬਾਅਦ ਜਿਹੜਾ ਉਸ ਜਨੇਊ ਵਾਲੇ ਇਵੈਂਟ ਦੇ ਵਿੱਚ ਸਾਡੇ ਕੋਲ ਆਉਂਦਾ ਤਾਂ ਉਹ ਰੂਲ ਆਉਂਦਾ ਦਇਆ। ਹੁਣ ਅਗਰ ਇਹ ਕਸਵੱਟੀ ਹੈ, ਗੁਰੂ ਨਾਨਕ ਨੇ ਸਾਨੂੰ ਇਹ ਕਸਵੱਟੀ ਦੇ ਦਿੱਤੀ, ਤਾਂ ਹੁਣ ਆਪਾਂ ਆਪਣੇ ਆਪ ਨੂੰ ਵੀ ਪਰਖ ਲਈਏ ਇਸੇ ਕਸਵੱਟੀ ਦੇ ਉੱਤੇ, ਪਰਖਣਾ ਸ਼ੁਰੂ ਕਰੀਏ ਕਿ ਅਸੀਂ ਕਿਆ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਂ ਗੁਰੂ ਨਾਨਕ ਦੇ ਸਿੱਖ ਕਹਾਉਣ ਦੇ ਕਾਬਲ ਹੈ। ਜਿਸ ਤਰੀਕੇ ਨਾਲ ਆਪਾਂ ਹਰ ਵਾਰੀ ਕਰਦੇ ਹਾਂ ਕਿ ਅਗਲੀ ਵਾਰੀ ਤੁਹਾਡੇ ਕੋਲ, ਮੇਰੇ ਕੋਲ ਵੀ ਨਾਲ ਹੀ ਇਹ ਹੋਮਵਰਕ ਹੈ ਕਿ ਆਪਾਂ ਇਹ ਦੇਖਣਾ ਆ ਕਿ ਅਸੀਂ ਕਿੰਨੀ ਕੁ ਵਾਰੀ ਇਸ ਰੂਲ ਨੂੰ ਫੋਲੋ ਕੀਤਾ ਆ, ਕਿੰਨੀ ਕੁ ਵਾਰੀ ਅਸੀਂ ਇਸ ਰੂਲ ਤੋਂ ਬਾਹਰ ਨਿਕਲੇ ਹਾਂ, ਇਹ ਦੇਖਣਾ ਆ ਆਪਾਂ। ਤਾਂ ਉਹਦੇ ਵਾਸਤੇ ਸਾਨੂੰ ਫਿਰ ਪੁਆਇੰਟਰਸ ਲੱਭਣੇ ਪੈਣਗੇ। ਹੁਣ ਪੁਆਇੰਟਰ ਲੱਭਣ ਤੋਂ ਪਹਿਲਾਂ ਸਾਨੂੰ ਆਮ ਭਾਸ਼ਾ ਦੇ ਵਿੱਚ ਵੀ ਡਿਫਾਈਨ ਕਰਨਾ ਪਊ, ਕਿਉਂਕਿ ਗੁਰੂ ਨਾਨਕ ਨੇ ਤਾਂ ਕਹਿ ਦਿੱਤਾ ਕਿ ਉਹ ਮਿਹਰਬਾਨ ਹੈ, ਕਿਰਪਾਲ ਹੈ, ਪਰ ਸਾਨੂੰ ਆਮ ਭਾਸ਼ਾ ਦੇ ਵਿੱਚ ਡਿਫਾਈਨ ਕਰਨਾ ਪਊਗਾ ਕਿ ਦਇਆ ਹੋਈ ਕੀ ਹੈ ਨਾ। ਤਾਂ ਹੀ ਫਿਰ ਆਪਾਂ ਪੁਆਇੰਟਰ ਸੈੱਟ ਕਰਾਂਗੇ ਨਾ ਕਿ ਆਪਣੇ ਆਪ ਨੂੰ ਘੋਖਣ ਲਈ। ਤਾਂ ਸਭ ਤੋਂ ਪਹਿਲਾਂ ਆਉਂਦੀ ਹੈ ਕਾਹਨ ਸਿੰਘ ਨਾਭਾ ਦੀ ਗੱਲ। ਕਾਹਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਦੇ ਵਿੱਚ ਦੱਸਦੇ ਨੇ, ਦੂਸਰੇ ਦੇ ਦੁੱਖ ਨੂੰ ਦੇਖ ਕੇ ਕਰੁਣਾ ਕਰਨਾ ਉਹ ਦਇਆਵਾਨ ਹੁੰਦਾ ਹੈ, ਉਹ ਦਇਆ ਹੁੰਦੀ ਆ। ਉਹਦੇ ਵਿੱਚ ਜਿਹੜੇ ਹਾਰਡ ਹਾਰਟਡ ਲੋਕ ਆ, ਜਿਨ੍ਹਾਂ ਨੂੰ ਕਿਸੇ ਨੂੰ ਵੇਖ ਕੇ ਤਰਸ ਹੀ ਨਹੀਂ ਆਉਂਦਾ, ਉਹ ਨਹੀਂ ਆਉਂਦੇ। ਹੁਣ ਅਗਰ ਆਪਾਂ ਇਹਨੂੰ ਹੀ ਇੰਗਲਿਸ਼ ਫਿਲਾਸਫੀ ਦੇ ਥਰੂ ਵੇਖਣਾ ਹੋਵੇ ਤਾਂ 4 ਰਸਤੇ ਦੱਸੇ ਨੇ ਕਿ 4 ਤਰੀਕੇ ਨਾਲ ਕੋਈ ਕੰਪੈਸ਼ਨੇਟ ਹੋ ਸਕਦਾ। ਮਤਲਬ 4 ਸਟੇਜਿਸ ਨੇ ਕੰਪੈਸ਼ਨੇਟ ਹੋਣ ਲਈ, 4 ਸਟੇਜਿਸ ਨੇ ਦਇਆਵਾਨ ਹੋਣ ਲਈ। ਉਹ ਕਿਹੜੀਆਂ ਨੇ? ਪਹਿਲੀ ਕੋਗਨਿਟਿਵ, ਉਹਦੇ ਵਿੱਚੋਂ ਕਹਿੰਦੇ ਨੇ ਕਿ ਤੁਹਾਨੂੰ ਕਿਸੇ ਦੀ ਪੀੜ ਦਾ ਅਹਿਸਾਸ ਹੋਣਾ ਚਾਹੀਦਾ ਆ, ਕਿਉਂਕਿ ਤੁਹਾਡੇ ਅੰਦਰ ਦਇਆ ਤਾਂ ਉਤਪੰਨ ਹੋਊਗੀ ਜੇ ਪਹਿਲਾਂ ਤੁਹਾਨੂੰ ਅਹਿਸਾਸ ਹੋਊਗਾ ਕਿ ਅਗਲਾ ਬੰਦਾ ਦਰਦ ਵਿੱਚ ਹੈ, ਦੇਅਰ ਇਜ਼ ਸਫਰਿੰਗ, ਕੋਈ ਸਫਰਿੰਗ ਹੈਗੀ ਆ, ਕੋਈ ਦਰਦ ਹੈ, ਤਾਂ ਫਿਰ ਆਪਣੇ ਅੰਦਰ ਜਿਹੜੀ ਪਹਿਲਾਂ ਤਾਂ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਅਗਲਾ ਸਟੈਪ ਹੈ। ਅਗਲਾ ਸਟੈਪ ਕੀ ਆ? ਅਫੈਕਟਿਵ। ਤੁਹਾਨੂੰ ਅਹਿਸਾਸ ਹੋ ਗਿਆ ਕਿ ਉਹਨੂੰ ਦਰਦ ਹੈ, ਪਰ ਉਸ ਦਰਦ ਦੇ ਨਾਲ ਤੁਸੀਂ ਇਮੋਸ਼ਨਲੀ ਕਨੈਕਟ ਵੀ ਹੋਵੋ। ਤੁਸੀਂ ਇਹ ਵੀ ਸੋਚ ਸਕਦੇ ਹੋਵੋ ਕਿ ਇਹ ਦਰਦ ਸ਼ਾਇਦ ਮੈਨੂੰ ਵੀ ਹੋ ਰਿਹਾ ਹੈ। ਅਗਰ ਕਿਸੇ ਦੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਤੁਹਾਨੂੰ ਲੱਗੇ ਕਿ ਮੇਰਾ ਬੱਚਾ ਆ, ਉਹ ਤੁਹਾਨੂੰ ਪਤਾ ਲੱਗ ਗਿਆ ਕਿ ਉਸ ਬੱਚੇ ਨੂੰ, ਕਿਸੇ ਦੇ ਬੱਚੇ ਨੂੰ, ਤੁਹਾਡੇ ਪੜੋਸ ਦੇ ਕਿਸੇ ਬੱਚੇ ਨੂੰ ਪ੍ਰੋਬਲਮ ਹੈ। ਦੈਟ ਇਜ਼ ਕੋਗਨਿਟਿਵ। ਸਮਝ ਆ ਗਈ ਕਿ ਸਫਰਿੰਗ ਹੈਗੀ ਆ। ਅਗਲਾ ਸਟੈਪ ਕੀ ਆ ਕਿ ਤੁਸੀਂ ਉਸ ਸਫਰਿੰਗ ਨੂੰ ਆਪਣੇ ਉੱਤੇ ਲਾਗੂ ਵੀ ਕਰ ਸਕਦੇ ਹੋ। ਜਦੋਂ ਅਸੀਂ ਕਿਸੇ ਦੇ ਬੱਚੇ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਫਰਿੰਗ ਆ, ਕਿਉਂਕਿ ਉਹਨਾਂ ਦੇ ਬੱਚਾ ਨਸ਼ੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ। ਪਰ ਉਸ ਤੋਂ ਬਾਅਦ ਮੈਂ ਉਹਨੂੰ ਆਪਣੇ ਨਾਲ ਅਟੈਚ ਵੀ ਕਰਕੇ ਦੇਖ ਸਕਦੀ ਹਾਂ ਕਿ ਜੇ ਮੇਰਾ ਬੱਚਾ ਹੁੰਦਾ ਫਿਰ, ਅਗਰ ਮੈਂ ਇਹ ਸੋਚ ਲੈਂਦੀ, ਅਗਰ ਇਸ ਲੈਵਲ ਤੱਕ ਵੀ ਮੈਂ ਆ ਜਾਂਦੀ ਤਾਂ ਫਿਰ ਮੈਂ ਆਪ ਨਸ਼ਾ ਵੇਚਣ ਵਾਲੇ ਪਾਸੇ ਨਹੀਂ ਜਾਂਦੀ ਸੀ। ਭੁੱਖੇ ਮਰ ਜਾਂਦੇ, ਨਸ਼ਾ ਵੇਚਣ ਵਾਲੇ ਪਾਸੇ ਨਹੀਂ ਸੀ ਜਾਂਦੇ। ਫਿਰ ਅਸੀਂ ਕਿਉਂ ਨਹੀਂ ਕਰਦੇ? ਕਿਉਂਕਿ ਸਾਨੂੰ ਲੱਗਦਾ ਮੇਰਾ ਬੱਚਾ ਥੋੜ੍ਹੀ ਹੈ, ਮੇਰੇ ਬੱਚੇ ਤਾਂ ਵਧੀਆ, ਉਹ ਨਸ਼ਾ ਕੋਈ ਨਹੀਂ ਕਰਦੇ, ਤਾਂ ਵੇਚੀ ਚੱਲੋ। ਸੋ ਇਹ ਜਿਹੜੀਆਂ ਗੱਲਾਂ ਨੇ, ਕਿਉਂਕਿ ਇਹ ਦਇਆ, ਇਹ ਗੁਰੂ ਨਾਨਕ ਦੇ ਘਰ ਦੇ ਫਲਸਫੇ ਨੇ। ਔਰ ਇਹ ਜਿਹੜੇ ਸਟੈਪਸ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ, ਇਹ ਬਾਕਾਇਦਾ ਟੈਸਟਡ ਲੋਕਾਂ, ਮਤਲਬ ਜਿਹੜੇ ਲੈਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਸੈਂਪਲਸ, ਬਹੁਤ ਸਾਰੇ ਲੋਕਾਂ ਦੀ ਮੈਂਟੈਲਿਟੀ ਨੂੰ ਇਕੱਠਾ ਕਰਕੇ, ਸੈਂਪਲਸ ਨੂੰ ਇਕੱਠਾ ਕਰਕੇ ਫਿਰ ਇਹ ਥਿਊਰੀਜ਼ ਬਣਾਉਂਦੇ ਆ। ਮੈਂ ਉੱਥੋਂ ਲੈ ਰਹੀ ਹਾਂ। ਸੋ ਪਹਿਲੀ ਗੱਲ ਕੋਗਨਿਟਿਵ, ਦੈਟ ਇਜ਼ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਨੂੰ ਕੋਈ ਸਫਰਿੰਗ ਹੈ, ਪਤਾ ਹੋਣਾ ਚਾਹੀਦਾ, ਜਾਂ ਸਾਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਹਾਂ ਉਹ ਬੰਦਾ ਤਕਲੀਫ ਦੇ ਵਿੱਚ ਹੈ। ਅਗਲੀ ਗੱਲ, ਮੈਂ ਆਪਣੇ ਆਪ ਨੂੰ ਇਮੋਸ਼ਨਲੀ ਉਸ ਦੀ ਤਕਲੀਫ ਨਾਲ ਜੋੜ ਕੇ ਦੇਖ ਸਕਦੀ ਹੋਣੀ ਚਾਹੀਦੀ ਹਾਂ। ਤੀਸਰੀ ਗੱਲ, ਵਿਸ਼ਿੰਗ, ਕਿ
ਕੋਈ ਉਹਨੂੰ ਬੋਲਦੇ ਇੰਟੈਂਸ਼ਨਲ ਸਟੇਜ, ਕਿ ਵਿਸ਼ਿੰਗ ਕਿ ਉੱਥੇ ਕੋਈ ਨਾ ਕੋਈ ਉਹਦਾ ਰਿਲੀਫ ਵੀ ਹੋਵੇ। ਪ੍ਰੋਬਲਮ ਹੈਗੀ ਆ, ਇਮੋਸ਼ਨਲੀ ਮੈਨੂੰ ਫੀਲ ਵੀ ਹੋ ਗਈ ਕਿ ਇਹ ਪ੍ਰੋਬਲਮ ਮੇਰੀ ਹੀ ਲੱਗਦੀ ਆ, ਮੈਂ ਉਹਦੇ ਨਾਲ ਮੈਂ ਥੋੜ੍ਹਾ ਜਿਹਾ ਮੇਰਾ ਮਨ ਉਚਾਟ ਵੀ ਹੋ ਗਿਆ। ਪਰ ਅਗਲਾ ਸਟੈਪ ਹੈ ਇੰਟੈਂਸ਼ਨਲ, ਕਿ ਹੁਣ ਮੈਂ ਇਹ ਦੇਖਾਂ ਕਿ ਕਾਸ਼ ਜਾਂ ਮੈਂ ਇਹੋ ਜਿਹਾ ਕੋਈ ਕੰਮ ਕਰਾਂ ਕਿ ਜਿਹੜੀ ਤਕਲੀਫ ਉਹ ਠੀਕ ਵੀ ਹੋ ਜੇ। ਔਰ ਚੌਥੀ ਜਗ੍ਹਾ ਦੇ ਉੱਤੇ ਜਾ ਕੇ ਆਉਂਦਾ ਆ ਕਿ ਮੋਟੀਵੇਸ਼ਨਲ, ਹੈ ਨਾ। ਫਿਰ ਉਸ ਰਿਲੀਫ ਵੱਲ ਮੈਂ ਅੱਗੇ ਕਦਮ ਵੀ ਚੱਕਾਂ, ਰਾਈਟ। ਇਹ 4 ਸਟੇਜਿਸ ਆ ਜੋ ਥਿਓਰਿਸਟ ਨੇ ਬਣਾਏ ਆ ਕਿ ਤੁਹਾਡੇ ਅੰਦਰ, ਔਰ ਕੰਪੈਸ਼ਨ ਦੇ ਅੰਡਰ ਗੱਲ ਕੀਤੀ ਗਈ ਆ ਕਿ ਤੁਹਾਡੇ ਅੰਦਰ ਅਗਰ ਕੰਪੈਸ਼ਨ ਹੈ ਤਾਂ ਇਹ 4 ਸਟੇਜਿਸ ਹੁੰਦੀਆਂ ਕੰਪੈਸ਼ਨ ਤੱਕ ਪਹੁੰਚਣ ਦੀਆਂ। ਹੁਣ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਨੂੰ ਇਹ ਹੁਕਮ ਦੇ ਦਿੱਤਾ ਗਿਆ ਕਿ ਦਇਆ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ। ਤੋ ਇਹਨੂੰ ਅਗਰ ਆਪਾਂ ਇਸੇ ਲਾਈਟ ਦੇ ਵਿੱਚ ਦੇਖੀਏ, ਸਮਝੀਏ, ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇ ਘਰ ਦੇ ਰੂਲ ਸਮਝਣ ਦੇ ਲਈ ਸਾਨੂੰ ਇਹ ਦੇਖਣਾ ਪਊਗਾ ਕਿ ਸਾਨੂੰ ਕਿੰਨੀ ਕੁ ਵਾਰੀ ਅਸੀਂ ਇਨਫੋਰਮਡ ਹੋਣਾ ਪਸੰਦ ਕਰਦੇ ਹਾਂ ਕਿ ਕਿਸੇ ਨੂੰ ਕੋਈ ਸਫਰਿੰਗ ਆ। ਬਹੁਤੀ ਵਾਰੀ ਅਸੀਂ ਅਗਰ ਸਾਨੂੰ ਪਤਾ ਹੋਵੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਆ ਔਰ ਉਹ ਮੈਨੂੰ ਫੋਨ ਕਰ ਰਿਹਾ ਜਾਂ ਕਰ ਰਹੀ ਆ ਆਪਣੀ ਪ੍ਰੋਬਲਮ ਦੇ ਸੋਲਿਊਸ਼ਨ ਵਾਸਤੇ, ਅਸੀਂ ਫੋਨ ਹੀ ਨਹੀਂ ਚੁੱਕਦੇ। ਕਿਉਂਕਿ ਅਸੀਂ ਕਹਿੰਦੇ ਯਾਰ ਇਹਦੀ ਤਾਂ ਹਮੇਸ਼ਾ ਕੰਮ ਹੀ ਇਹ ਆ, ਇਹਨੇ ਆਪਣੀ ਕੋਈ ਨਾ ਕੋਈ ਪ੍ਰੋਬਲਮ ਹੀ ਦੱਸਣੀ ਹੋਣੀ ਆ। ਅਸੀਂ ਆਪਣਾ ਪਹਿਲਾ ਸਟੇਜ ਹੀ ਜਿਹੜੀ ਖ਼ਤਮ ਕਰ ਦਿੰਦੇ ਹਾਂ ਕਿ ਅਸੀਂ ਇਨਫੋਰਮਡ ਹੀ ਨਹੀਂ ਹੁੰਦੇ ਕਿ ਉਹਦੀ ਸਫਰਿੰਗ ਆ। ਨਾ ਸਾਨੂੰ ਪਤਾ ਲੱਗੂਗਾ, ਨਾ ਸਾਨੂੰ ਉਹਦੇ ਨਾਲ ਹਮਦਰਦੀ ਹੋਣੀ ਚਾਹੀਦੀ ਆ, ਨਾ ਅਸੀਂ ਕੁਛ ਕਰਾਂਗੇ। ਸੋ ਅਸੀਂ ਉਹੀ ਨਹੀਂ ਕਰਦੇ। ਅਸੀਂ ਕਿਤੇ ਦੀ ਜਾ ਰਹੇ ਹਾਂ, ਕੋਈ ਉੱਥੇ ਮੰਗ ਰਿਹਾ, ਸਾਨੂੰ ਪਤਾ ਵੀ ਲੱਗ ਗਿਆ ਕਿ ਸ਼ਾਇਦ ਇਹਦੀ ਪ੍ਰੋਬਲਮ ਕੋਈ ਹੋਰ ਆਏ, ਇਹ ਰੈਗੂਲਰ ਬੈਗਰ ਨਹੀਂ ਆ, ਇਹ ਹਮੇਸ਼ਾ ਇਹ ਆਦਤ ਵਸ ਮੰਗਣ ਵਾਲਾ ਬੰਦਾ ਨਹੀਂ ਆ, ਲੱਗਦਾ ਕਿ ਇਹਨੂੰ ਕੋਈ ਪ੍ਰੋਬਲਮ ਆ। ਪਰ ਆਪਾਂ ਉਹਦੇ ਕੋਲ ਜਾਵਾਂਗੇ, ਸਾਨੂੰ ਕੁਛ ਹੋਰ ਦੱਸੂਗਾ, ਸਾਨੂੰ ਦੱਸ ਦੂਗਾ ਆਪਣੀ ਕੋਈ ਬਹੁਤ ਵੱਡੀ ਪ੍ਰੋਬਲਮ, ਸ਼ਾਇਦ ਉਹਦੀ ਧੀ ਦਾ ਵਿਆਹ ਹੋਣ ਵਾਲਾ ਹੈ ਜਾਂ ਸ਼ਾਇਦ ਉਹਦੇ ਬੱਚੇ ਦਾ ਆਪਰੇਸ਼ਨ ਹੋਣ ਵਾਲਾ। ਆਪਾਂ ਉਹਦੇ ਵੱਲ ਜਾਂਦੇ ਹੀ ਨਹੀਂ, ਛੱਡੋ ਪਰੇ, ਆਪਾਂ ਉੱਧਰੋਂ ਦੀ ਨਿਕਲ ਜਾਓ। ਸਾਡੇ ਪਿੰਡ ਦੇ ਵਿੱਚ ਕੋਈ ਐਸਾ ਬੰਦਾ ਜੋ ਗਰੀਬ ਆ ਔਰ ਸਾਨੂੰ ਪਤਾ ਆ ਕਿ ਉਹਦੇ ਘਰ ਦੇ ਵਿੱਚ ਜਿਹੜੀ ਛੱਤ ਆ ਨਾ ਉਹ ਚੋ ਰਹੀ ਆ, ਆਪਾਂ ਉਹਦੇ ਬਾਹਰੋਂ ਨਿਕਲ ਜਾਂਦੇ ਹਾਂ ਕਿ ਇਹਨੂੰ ਜਾਵਾਂਗੇ, ਇਹਨੇ ਆਪਣੀ ਜਿਹੜੀ ਕੋਈ ਮੰਗ ਹੀ ਦੱਸਣੀ ਆ ਜਾਂ ਇਹਨੇ ਆਪਣਾ ਕੋਈ ਦੁੱਖੜਾ ਹੀ ਰੋਣਾ ਆ, ਦਫਾ ਕਰੋ, ਇਹਨੂੰ ਮਿਲੋ ਹੀ ਨਾ। ਇੱਥੋਂ ਤੱਕ ਕਿ ਅਸੀਂ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਵੀ ਛੱਡ ਦਿੰਦੇ ਹਾਂ ਜਿਹੜੇ ਸਾਨੂੰ ਲੱਗਦੇ ਆ ਕਿ ਇਹਨਾਂ ਨੂੰ ਪ੍ਰੋਬਲਮ ਆ, ਇਹਨਾਂ ਨੂੰ ਪਰੇਸ਼ਾਨੀ ਆ। ਤਾਂ ਜਦੋਂ ਅਸੀਂ ਪਹਿਲਾ ਸਟੇਜ ਹੀ ਨਹੀਂ ਕਵਰ ਕਰ ਰਹੇ ਤਾਂ ਇਹ ਸੋਚ ਲਈਏ ਕਿ ਦੂਸਰੀ ਸਟੇਜ ਤੱਕ ਅਸੀਂ ਕਿੱਦਾਂ ਪਹੁੰਚਾਂਗੇ। ਔਰ ਗੁਰੂ ਨਾਨਕ ਦੇ ਘਰ ਦਾ ਰੂਲ ਹੈ ਦਇਆ। ਔਰ ਆਪਾਂ ਜਦੋਂ ਦਇਆ ਨੂੰ ਆਪਣੇ ਅੰਦਰ ਹੀ ਨਹੀਂ ਵਸਾਇਆ, ਅਸੀਂ ਗੁਰੂ ਨਾਨਕ ਤੋਂ ਬੇਮੁਖ ਉਦੋਂ ਹੀ ਹੋ ਗਏ ਹਾਂ। ਅਸੀਂ ਵਿਵੇਕੀ ਵੀ ਹੋ ਗਏ, ਅਸੀਂ ਜੈਂਡਰ ਇਕੁਐਲਿਟੀ, ਅਸੀਂ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਸਾਨੂੰ ਧੀਆਂ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ, ਸਾਡੇ ਵਾਸਤੇ ਬਰਾਬਰ ਹੈ, ਅਸੀਂ ਇਹ ਵੀ ਕਹਿਣਾ ਸ਼ੁਰੂ ਕਰਤਾ। ਪਰ ਅਸੀਂ ਦਇਆ ਨਹੀਂ ਦਿਖਾਈ, ਸਾਨੂੰ ਕਿਸੇ ਦੀ ਪੀੜ ਦੇ ਨਾਲ ਪੀੜ ਨਹੀਂ ਆਈ, ਤਾਂ ਅਸੀਂ ਗੁਰੂ ਨਾਨਕ ਤੋਂ ਬੇਮੁਖ ਹੋ ਗਏ, ਅਸੀਂ ਉਹਨਾਂ ਦਾ ਰੂਲ ਫੋਲੋ ਨਹੀਂ ਕੀਤਾ। ਹੁਣ ਇਹ ਜਿਹੜੀਆਂ ਕਸਵੱਟੀਆਂ ਨੇ, ਇਹਨਾਂ ਦੇ ਉੱਤੇ ਆਪਾਂ ਪਰਖ ਲਈਏ, ਇੱਥੋਂ ਤੱਕ ਕਿ ਸਿਰਫ ਆਪਣੇ ਆਪ ਨੂੰ ਵੀ ਪਰਖੀਏ। ਔਰ ਆਪਣੀ ਜਿਹੜੀ ਡਾਇਰੀ ਮੈਂ ਕਿਹਾ ਸੀਗਾ, ਪਤਾ ਨਹੀਂ ਤੁਸੀਂ ਲਾਈ ਹੈ ਕਿ ਨਹੀਂ ਲਾਈ, ਪਰ ਉਸ ਡਾਇਰੀ ਦੇ ਵਿੱਚ ਲਿਖਣਾ ਸ਼ੁਰੂ ਕਰੀਏ ਕਿ ਜਿਸ ਨੂੰ ਵੀ ਮੈਂ ਬ੍ਰਹਮ ਗਿਆਨੀ ਮੰਨਦੀ ਹਾਂ, ਜਾਂ ਮੈਂ ਬਾਬਾ ਜੀ ਮੰਨਦੀ ਹਾਂ, ਜਾਂ ਮੈਂ ਮਹਾਂਪੁਰਸ਼ ਮੰਨਦੀ ਹਾਂ, ਜਾਂ ਮੈਂ ਕਿਸੇ ਅੱਜ ਕੱਲ੍ਹ ਉਹ ਵਰਡ ਬੜਾ ਫੇਮਸ ਆ ਮਹਾਰਾਜ ਮੰਨਦੀ ਹਾਂ, ਜਾਂ ਮੈਂ ਪਾਤਸ਼ਾਹ ਕਹਿੰਦੀ ਹਾਂ, ਜਿਨ੍ਹਾਂ ਲੋਕਾਂ ਨੂੰ ਵੀ ਦੇਖੀਏ ਕਿ ਕਿਆ ਭਲਾ ਉਹ ਕੰਪੈਸ਼ਨੇਟ ਹੈਗੇ ਨੇ, ਕਿਆ ਉਹਨਾਂ ਦੇ ਵਿੱਚ ਦਇਆ ਹੈ। ਇਹ ਰੂਲ ਹੈ, ਆਪਾਂ ਇਹਦੇ ਉੱਤੇ ਪਰਖੀਏ ਤਾਂ ਸਹੀ ਉਹਨਾਂ ਨੂੰ। ਹੁਣ ਇਹਨੂੰ ਪਰਖਣਾ ਕਿੱਦਾਂ ਆ? ਦੇਖੋ, ਪਹਿਲੀ ਗੱਲ ਜਿਹੜੀ ਆ ਉਹ ਤਾਂ ਆਪਾਂ ਇਹ ਦੇਖ ਲਈਏ ਕਿ ਕਿਆ ਉਹ ਕਿਸੇ ਦੀ ਪ੍ਰੋਬਲਮ ਨੂੰ ਸੁਣਨਾ ਪਸੰਦ ਕਰਦੇ ਆ, ਜਾਂ ਉੱਧਰੋਂ ਦੀ ਜਿੱਦਾਂ ਘੋੜੇ ਨੇ ਦੋਵੇਂ ਪਾਸੇ ਲਾਏ ਹੁੰਦੇ ਆ ਨਾ ਆਪਣੇ, ਕਿ ਇੱਕੋ ਸਾਈਡ ਦਿਖੇ ਉਹਨੂੰ। ਇਹਦੀ ਬੜੀ ਵਧੀਆ ਐਗਜ਼ਾਮਪਲ ਆਪਣੇ ਆਪ ਨੂੰ ਘੋਖਣ ਵਾਸਤੇ ਤਾਂ ਮੈਂ ਆਈ ਥਿੰਕ ਆਪਾਂ ਇੱਕ ਪੁਆਇੰਟਰਸ ਨੋਟ ਕਰ ਲਏ ਆ। ਪਰ ਜਿਨ੍ਹਾਂ ਨੂੰ ਆਪਾਂ ਮਹਾਂਪੁਰਸ਼ ਕਹਿੰਦੇ ਹਾਂ, ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਬਹੁਤ ਪਹੁੰਚੇ ਹੋਏ, ਤਾਂ ਪਰਮਾਤਮਾ ਦਾ ਹੀ ਰੂਪ ਹੈ ਜੀ, ਆਪਾਂ ਉਹਨਾਂ ਬਾਰੇ ਵੀ ਦੇਖ ਲਈਏ। 2 ਘਟਨਾਵਾਂ ਹੋਈਆਂ, ਹੁਣ ਉਹਨੂੰ ਦੇਖਣਾ ਕਿੱਦਾਂ ਆ। 2 ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ। ਇੱਕ ਤਾਂ ਕਰੋਨਾ ਦੇ ਟਾਈਮ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ, ਬਹੁਤ ਸਾਰੇ ਡੇਰੇ, ਉਹਨਾਂ ਨੇ ਆਪਣੇ ਲੰਗਰ ਭੰਡਾਰੇ ਖੋਲ੍ਹੇ ਕਿ ਲਓ ਜੀ ਲੰਗਰ ਅਸੀਂ ਵੰਡਾਂਗੇ। ਪਰ ਉਸ ਤੋਂ ਬਾਅਦ ਫਾਰਮਰ ਪ੍ਰੋਟੈਸਟ ਵੀ ਹੋਇਆ। ਹੁਣ ਜਦੋਂ ਤੱਕ ਕਰੋਨਾ ਦੇ ਕਾਲ ਦੇ ਵਿੱਚ ਉਹ ਮਦਦ ਕਰ ਰਹੇ ਸੀ ਨਾ, ਉਹਨਾਂ ਨੇ ਆਪਣੇ ਹਸਪੀਟਲ ਵੀ ਖੋਲ੍ਹੇ ਆ, ਜਾਂ ਕੁਛ ਵੀ ਜੋ ਵੀ ਉਹਨਾਂ ਕੋਲ ਅਵੇਲੇਬਿਲਿਟੀ ਸੀ ਉਹਨਾਂ ਖੋਲ੍ਹੇ, ਤਾਂ ਉਹ ਸਰਕਾਰ ਦੀ ਮਦਦ ਕਰ ਰਹੇ ਸੀਗੇ। ਜਿਹੜਾ ਫਾਰਮਰ ਪ੍ਰੋਟੈਸਟ ਸੀ ਉਹ ਸਰਕਾਰ ਦੇ ਖਿਲਾਫ ਆਵਾਜ਼ ਸੀ, ਕਿਉਂਕਿ ਸਰਕਾਰ ਨੇ ਇੱਕ ਗਲਤ ਰੂਲ ਬਣਾਇਆ ਸੀ, ਉਸ ਦੇ ਖਿਲਾਫ ਆਵਾਜ਼ ਸੀ। ਹੁਣ ਜਰਾ ਇਹ ਦੇਖ ਲਓ ਕਿ ਤੁਹਾਡੇ ਆਸ-ਪਾਸ ਜਿਹੜੇ ਵੀ ਸੋ ਕਾਲਡ ਮਹਾਂਪੁਰਖ, ਬ੍ਰਹਮ ਗਿਆਨੀ, ਪਰਮਾਤਮਾ, ਜਿਹੜੇ ਤੁਹਾਡੇ ਆਸ-ਪਾਸ ਪਰਮਾਤਮਾ ਦੇ ਰੂਪ ਤੁਰੇ ਫਿਰਦੇ ਆ ਨਾ,
ਇਹ ਸੋਚ ਲਓ ਕਿ ਸਰਕਾਰ ਦੀ ਉਸ ਗਲਤੀ ਦੇ ਖਿਲਾਫ ਆਵਾਜ਼ ਕਿੰਨਿਆਂ ਨੇ ਚੁੱਕੀ, ਜਾਂ ਜਿਹੜੇ ਲੋਕ ਸਰਕਾਰ ਦੀ ਉਸ ਗਲਤੀ ਦੇ ਖਿਲਾਫ ਆਵਾਜ਼ ਚੁੱਕ ਰਹੇ ਸੀ ਉਹਨਾਂ ਦੀ ਮਦਦ ਕਿੰਨਿਆਂ ਨੇ ਕੀਤੀ। ਕਿਉਂਕਿ ਸਰਕਾਰ ਦੇ ਨਾਲ ਹੈਂਡ ਇਨ ਗਲਵ ਹੋ ਕੇ ਚੱਲਣਾ ਤਾਂ ਬਹੁਤ ਸੌਖਾ ਆ, ਉਹ ਤਾਂ ਕੋਈ ਵੀ ਚੱਲ ਸਕਦਾ ਆ। ਮੈਨੂੰ ਪਤਾ ਹੋਵੇ ਕਿ ਮੋਦੀ ਸਾਹਿਬ ਨੇ ਮੈਨੂੰ ਸਵੇਰ ਨੂੰ ਕੋਈ ਬਹੁਤ ਵੱਡੀ ਕੁਰਸੀ ਦੇ ਦੇਣੀ ਆ ਜਾਂ ਮੇਰਾ ਕੋਈ ਬਹੁਤ ਵੱਡਾ ਟੈਕਸ ਮਾਫ ਕਰ ਦੇਣਾ, ਤਾਂ ਮੈਂ ਡੈਫੀਨੇਟਲੀ ਮੋਦੀ ਸਾਹਿਬ ਦੀ ਬੱਲੇ ਬੱਲੇ। ਫਿਰ ਅਗਰ ਮੇਰੇ ਕੋਲ ਜੋ ਵੀ ਰਿਸੋਰਸਿਸ ਆ ਉਹ ਮੈਂ ਮੋਦੀ ਸਾਹਿਬ ਦੀ ਮਦਦ ਲਈ ਜ਼ਰੂਰ ਲਾ ਦੂੰਗੀ। ਪਰ ਅਗਰ ਮੈਨੂੰ ਇਹ ਪਤਾ ਆ ਕਿ ਮੈਨੂੰ ਤਾਂ ਜੀ ਜੇਲ੍ਹ ਵੀ ਹੋ ਸਕਦੀ ਆ, ਜਾਂ ਹੋ ਸਕਦਾ ਕਿ ਮੇਰੇ ਡੇਰੇ ਦੇ ਉੱਤੇ ਜਾਂ ਮੇਰੀ ਜਿਹੜੀ ਜੋ ਵੀ ਮੈਂ ਇੱਕ ਸੰਸਥਾ ਬਣਾਈ ਆ ਉਹਦੇ ਉੱਤੇ ਰੇਡ ਪੈ ਜਾਣੀ ਆ ਇਨਕਮ ਟੈਕਸ ਦੀ, ਤਾਂ ਫਿਰ ਅਗਰ ਮੈਂ ਬਾਹਰ ਨਹੀਂ ਨਿਕਲਦੀ, ਉੱਥੇ ਮੇਰੀ ਜਿਹੜੀ ਹੈ ਨਾ ਮੇਰੀ ਕਰੈਕਟਰ ਦੀ ਪਰਖ ਹੋਣੀ ਆ, ਉੱਥੇ ਦਇਆ ਆਉਣੀ ਆ। ਕਿਉਂਕਿ ਲੋਕ ਸਿਰਫ ਕਰੋਨਾ ਦੇ ਟਾਈਮ ਦੇ ਉੱਤੇ ਭੁੱਖੇ ਨਹੀਂ ਸੀਗੇ, ਜਿਹੜੇ ਇੰਨੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਸੀ ਉਹ ਵੀ ਭੁੱਖੇ ਸੀ, ਉਹਨਾਂ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਸੀ। ਉੱਥੇ ਵੀ ਉਹਨਾਂ ਡੇਰੇ ਵਾਲਿਆਂ ਦਾ ਜਾਂ ਉਹਨਾਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਦਾ ਓਨਾ ਹੀ ਫਰਜ਼ ਬਣਦਾ ਸੀ ਜਿੰਨਾ ਸਰਕਾਰ ਦੀ ਮਦਦ ਦੇ ਵਾਸਤੇ ਬਣਦਾ ਸੀਗਾ। ਪਰ ਜੋ ਨਹੀਂ ਆਏ ਉਹਨਾਂ ਦੀ ਲਿਸਟ ਬਣਾ ਲਓ। ਆਪਣੇ ਆਸ-ਪਾਸ ਸਾਰੇ ਡੇਰੇ ਜਿਹੜੇ ਆ ਜਾਂ ਸਮਾਜ ਸੇਵੀ ਸੰਸਥਾਵਾਂ ਜਾਂ ਮੇਰੇ ਵਰਗੇ ਜਿੰਨੇ ਵੀ ਜਿਹੜੇ ਝੂਠ ਦੇ ਪੁਲੰਦੇ ਬਣਾਉਂਦੇ ਫਿਰਦੇ ਆ ਨਾ ਕਿ ਅਸੀਂ ਤਾਂ ਪਤਾ ਨਹੀਂ ਪਰਮਾਤਮਾ ਨੂੰ ਮਿਲ ਕੇ ਹੀ ਆਏ ਆ ਸਵੇਰੇ ਸਵੇਰੇ, ਉਹਨਾਂ ਦੀ ਲਿਸਟ ਬਣਾ ਲਓ ਔਰ ਉਹਨਾਂ ਅੱਗੇ ਵਿਵੇਕ ਬੁੱਧੀ ਤੋਂ ਸੋਚ ਕੇ ਟਿਕ ਕਰਨ ਦੀ ਕੋਸ਼ਿਸ਼ ਕਰਿਓ ਜੇ ਕਿ ਕਿੰਨਿਆਂ ਨੇ ਸਿਰਫ ਸਰਕਾਰ ਦੀ ਮਦਦ ਕੀਤੀ ਔਰ ਕਿੰਨਿਆਂ ਨੇ ਵਾਕਈ ਹੱਕ ਸੱਚ ਦੀ ਆਵਾਜ਼ ਚੁੱਕੀ ਆ। ਇੰਨੀ ਕੁ ਆਪਾਂ ਗੱਲ ਕਰ ਲਈਏ ਔਰ ਜਦੋਂ ਸਾਨੂੰ ਫਿਰ ਸਮਝ ਲੱਗਣੀ ਸ਼ੁਰੂ ਹੋ ਗਈ ਕਿ ਉਹ ਦਇਆ ਸੀ ਜਾਂ ਉਹ ਸਿਰਫ ਸਰਕਾਰ ਦੇ ਕੋਲੋਂ ਕੁਝ ਬੈਨੀਫਿਟ ਲੈਣ ਦੇ ਲਈ ਕੰਮ ਸੀਗੇ, ਫਿਰ ਸਾਨੂੰ ਸਮਝ ਲੱਗ ਜੂਗੀ। ਕਿਉਂਕਿ ਆਪਣੀਆਂ ਭਾਵਨਾਵਾਂ ਸਭ ਨੂੰ ਪਿਆਰੀਆਂ ਹੁੰਦੀਆਂ ਹੈ ਨਾ। ਇਹ ਇਸ ਤਰੀਕੇ ਨਾਲ ਜਿਹੜੇ ਆਪਾਂ 4 ਉਹ ਪੁਆਇੰਟਰਸ ਰੱਖੇ ਆ। ਫਸਟ ਪੁਆਇੰਟ ਕਿ ਸਾਨੂੰ ਕਿੰਨੀ ਵਾਰ ਜਿਹੜੀ ਆ ਉਹ ਅਸੀਂ ਇਨਫੋਰਮ ਹੋਣਾ ਚਾਹੁੰਦੇ ਹਾਂ ਕਿ ਕਿਸੇ ਨੂੰ ਕੋਈ ਸਫਰਿੰਗ ਆ, ਪਹਿਲੀ ਗੱਲ। ਉਸ ਤੋਂ ਬਾਅਦ ਅਸੀਂ ਇਨਫੋਰਮ ਹੋ ਗਏ, ਹੁਣ ਮੈਨੂੰ ਪਤਾ ਲੱਗ ਗਿਆ ਕਿ ਫਲਾਣੇ ਬੰਦੇ ਨੂੰ ਪ੍ਰੋਬਲਮ ਹੈਗੀ ਆ, ਉਹ ਵਿਚਾਰੇ ਨੇ ਮੈਨੂੰ ਫੋਨ 'ਤੇ ਕੰਟੈਕਟ ਕਰ ਲਿਆ ਜਾਂ ਮੈਨੂੰ ਕਿਸੇ ਦੇ ਥਰੂ ਪਤਾ ਲੱਗ ਗਿਆ, ਅਤੇ ਕਿੰਨੀ ਵਾਰੀ ਮੈਂ ਕੇਸ ਵੱਟੀ ਆ ਕਿ ਛੱਡੋ ਪਰੇ, ਦਫਾ ਕਰੋ, ਹੈ ਨਾ। ਮੈਨੂੰ ਬਾਅਦ 'ਚ ਕਹਿ ਦਾਂਗੇ ਪਤਾ ਹੀ ਨਹੀਂ ਲੱਗਾ ਭਾਜੀ, ਮੈਂ ਤਾਂ ਮੈਨੂੰ ਤੁਸੀਂ ਪਹਿਲਾਂ ਦੱਸ ਦੇ, ਇਹ ਕੰਮ ਤਾਂ ਤੁਹਾਡਾ ਮੈਂ ਇੰਝ ਕਰ ਦੇਣਾ ਸੀਗਾ, ਤੁਸੀਂ ਮੈਨੂੰ ਪਹਿਲਾਂ ਦੱਸ ਦੇ। ਜਿਹੜੀਆਂ ਇਹੋ ਜਿਹੀਆਂ ਗੱਲਾਂ ਆ ਉਹ ਸਾਡੇ ਜਿਹੜੀ ਹੈ ਨਾ ਦਇਆਹੀਣਤਾ ਦੀਆਂ ਗੱਲਾਂ ਆ, ਹੈ ਨਾ। ਉਹ ਆਪਾਂ ਦੇਖੀਏ ਕਿ ਆਪਾਂ ਕਿੰਨੀ ਵਾਰ ਕਰਦੇ ਹਾਂ। ਆਪਣੀ ਡਾਇਰੀ ਦੇ ਵਿੱਚ ਨੋਟ ਬਣਾਉਂਦੇ ਜਾਈਏ ਸੋ ਦੈਟ ਸਾਨੂੰ ਪਤਾ ਹੋਵੇ ਸਾਡੀਆਂ ਪ੍ਰੋਬਲਮਸ ਕਿੱਥੇ ਔਰ ਉਹਨੂੰ ਆਪਾਂ ਰੈਕਟੀਫਾਈ ਕਰੀਏ। ਐਂਡ ਦੈਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਜੋ ਵੀ ਪ੍ਰੋਬਲਮ ਆ ਉਹਨੂੰ ਉਹ ਵਿਸ਼ ਟੂ ਸੋਲਵ ਇਟ, ਹੈ ਨਾ, ਉਹਨੂੰ ਸੋਲਵ ਕਰਨ ਦੀ ਉਹ ਦਇਆ ਆ। ਫਿਰ ਅਸੀਂ ਦਇਆਵਾਨ ਹੁੰਦੇ ਹਾਂ। ਸਾਨੂੰ ਪਹਿਲੀ ਗੱਲ ਸਾਨੂੰ ਪਤਾ ਹੀ ਨਹੀਂ ਲੱਗਾ, ਦੂਜੀ ਗੱਲ ਜੇ ਪਤਾ ਲੱਗ ਵੀ ਗਿਆ ਸੀ ਤਾਂ ਵੀ ਮਦਦ ਨਹੀਂ ਕੀਤੀ, ਤਦ ਵੀ ਅਸੀਂ ਦਇਆਵਾਨ ਨਹੀਂ ਹੈ। ਤੀਸਰੀ ਗੱਲ ਪਤਾ ਲੱਗ ਗਿਆ, ਸਾਨੂੰ ਇਹ ਵੀ ਲੱਗ ਗਿਆ ਕਿ ਇਹ ਮੇਰੀ ਪ੍ਰੋਬਲਮ ਆ ਔਰ ਉਸ ਤੋਂ ਬਾਅਦ ਮੈਂ ਉਹਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ, ਹੋਈ ਜਾਂ ਨਾ ਹੋਈ ਉਹ ਗੁਰੂ ਮਹਾਰਾਜ ਦੀ ਮਰਜ਼ੀ ਆ। ਜ਼ਰੂਰੀ ਨਹੀਂ ਕਿ ਤੁਸੀਂ ਹਰ ਕਿਸੇ ਦੀ ਮਦਦ ਕਰ ਹੀ ਸਕੋਗੇ, ਪਰ ਤੁਹਾਡੇ ਅੰਦਰ ਉਹ ਇੱਕ ਦਇਆ ਭਾਵ ਉਤਪੰਨਤਾ ਹੋਵੇ ਨਾ। ਕੋਈ ਅਗਰ ਮੰਨ ਲਈਏ ਕਿ ਕਿਸੇ ਨੂੰ ਕੋਈ ਜ਼ਰੂਰਤ ਆ ਅਤੇ ਇੱਕ ਬੰਦੇ ਨੇ 50,000 ਰੁਪਇਆ ਦਿੱਤਾ, ਇੱਕ ਨੇ ਸਿਰਫ 5 ਰੁਪਏ ਦਿੱਤੇ, ਦੋਵਾਂ ਦੀ ਦਇਆ ਬਰਾਬਰ ਹੀ ਆ, ਹੈ ਨਾ। ਕਿਉਂਕਿ ਸ਼ਾਇਦ ਉਹਦੇ ਕੋਲ 5 ਰੁਪਏ ਹੀ ਸੀਗੇ, ਪਰ ਤੁਸੀਂ ਸੱਚੇ ਹੋਣੇ ਜ਼ਰੂਰ ਚਾਹੀਦੇ ਆ। ਕਿਉਂਕਿ ਆਪਾਂ ਆਪਣੇ ਆਪ ਨੂੰ ਝੂਠ ਬੋਲ ਸਕਦੇ ਹਾਂ, ਉਸ ਸਤਿਗੁਰੂ ਨੂੰ ਝੂਠ ਨਹੀਂ ਬੋਲਿਆ ਜਾਣਾ। ਜੇ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਧਰਮਸਥਲਾਂ 'ਤੇ ਜਾ ਕੇ ਤਾਂ ਸੇਵਾ ਕਰਾਂਗੇ, ਪਰ ਜਿਹੜਾ ਸਾਡੇ ਘਰ ਰੋਟੀ ਖਾਣ ਆ ਗਿਆ ਸਾਨੂੰ ਲੱਗਦਾ ਹੈ ਕਿੱਥੇ ਮੇਰੇ ਕੋਲ ਪੰਗਾ ਪੈ ਗਿਆ, ਅਸੀਂ ਗੁਰੂ ਨਾਨਕ ਦੇ ਘਰ ਦੇ ਫਿਰ ਪਾਂਧੀ ਹੈ ਨਹੀਂ। ਸੋ ਇਸ ਕਰਕੇ ਅੱਜ ਦੀਆਂ ਮੇਰੀਆਂ ਜਿਹੜੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਜੇ ਜਿਹੜੇ ਪੁਆਇੰਟਰਸ ਆਪਾਂ ਅੱਜ ਡਿਸਕਸ ਕੀਤੇ ਆ, ਮੈਂ ਵੀ ਆਪਣੇ ਦਿਮਾਗ 'ਚ ਰੱਖੂੰਗੀ, ਮੈਂ ਵੀ ਆਪਣੀ ਡਾਇਰੀ ਵਿੱਚ ਲਿਖੂੰਗੀ ਔਰ ਕੋਸ਼ਿਸ਼ ਕਰੂੰਗੀ ਮੈਂ ਅਗਲੀ ਵਾਰੀ ਆਪਣੀ ਡਾਇਰੀ ਲੈ ਕੇ ਆਵਾਂ। ਮੈਂ ਅੱਜ ਵੀ ਲੈ ਕੇ ਆਉਣੀ ਸੀ ਪਰ ਮੈਂ ਭੁੱਲ ਗਈ, ਮੈਂ ਲੈ ਕੇ ਆਵਾਂ ਔਰ ਮੈਂ ਇੱਥੇ ਆਪ ਸਭ ਨਾਲ ਆਪਣਾ ਹੋਮਵਰਕ ਸਾਂਝਾ ਜ਼ਰੂਰ ਕਰਾਂ ਕਿ ਆਹ ਦੇਖੋ ਜੀ ਮੈਂ ਲਿਖ ਲਿਆ, ਤੁਸੀਂ ਲਿਖਿਆ। ਤਾਂ ਉਹ ਜਿਹੜੀ ਆਪਣੀ ਡਾਇਰੀ ਦੇ ਵਿੱਚ ਆਪਾਂ ਲਿਖਦੇ ਜਾਈਏ ਕਿ ਆਪਾਂ ਗਲਤੀਆਂ ਕਿੱਥੇ ਕਿੱਥੇ ਕਰ ਰਹੇ ਹਾਂ, ਅਸੀਂ ਗੁਰੂ ਨਾਨਕ ਦੇ ਘਰ ਤੋਂ ਕਿੰਨੀ ਕੁ ਦੂਰ ਆ, ਫਿਰ ਸਾਨੂੰ ਉਹ ਵਾਟ ਸਮਝ ਆਊਗੀ, ਹੈ ਨਾ। ਤਾਂ ਅੱਜ ਦੀਆਂ ਮੇਰੀਆਂ ਇੰਨੀਆਂ ਕਿ ਜਿਹੜੀਆਂ ਬੇਨਤੀਆਂ ਉਹ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਆਪਾਂ ਸੰਤੋਖ ਬਾਰੇ ਗੱਲ ਕਰਾਂਗੇ, ਜਿਹੜਾ ਅਗਲਾ ਨਿਯਮ ਹੈ ਗੁਰੂ ਨਾਨਕ ਪਾਤਸ਼ਾਹ ਦਾ। ਸੋ ਇਹ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਾ ਮੈਨੂੰ ਜ਼ਰੂਰ ਲਿਖਿਓ। ਮੇਰੇ ਕੋਲ ਕੋਈ ਵੀ ਭੁੱਲ ਚੁੱਕ ਹੋਈ ਹੋਵੇ, ਦੋਵੇਂ ਹੱਥ ਜੋੜ ਕੇ ਮਾਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।